हो वाहिगुरू। हाँ जी, आ जाओ, एक अद्धा मिनट वेट कर लाने आपां। आओ जी, मंगा अंटाल साहब, की हाल चाल ने जी? कढ़ लिया अज टाइम है, याद रह गया मतलब टाइम तो मैनू पता है। जगदेव सिंह जी वैलकम वैलकम, आ जाओ, 2 मिनटां तक गल शुरू करते हैं आपां। इन्ने तुसीं सुनाओ। मंगे बाई किवें हो? ठीक हो जगदेव सिंह? करदे हैं वीरे गल। पर आ गई सिस्टर साडी गुरप्रीत, सुखजिंदर जी, सत श्री अकाल बाई। अंटाल मंगे आवाज़ ठीक आ रही है? फोटो तो आवाज़ माड़ी जी दसी। वाहिगुरू जी का खालसा वाहिगुरू जी की फतेह। अवतार सिंह जी क्या बात है, आगे आओ जी, आओ। गुरदीप सिंह हनी जी सत श्री अकाल। अवतार सिंह साडा बहुत ही सत्कारयोग वीर, मेरा छोटा वीर अवतार सिंह, जो कि बड़ा वधिया ढाडी भी है। गुरज सिंह, हाँ जी साहब, कैसे हो? आवाज़ दस्यो माड़ी जी भी ठीक आ रही है बाई? ਆਪਾਂ ਨਾਲ ਦੀ ਨਾਲ ਸ਼ੁਰੂ ਕਰ ਦਾਂਗੇ, ਬਸ ਇੰਨੇ ਕੇ ਆਪਣੇ ਹੁੰਦੇ ਨੇ ਤੇ ਇੰਨੇ ਕੇ ਤੁਸੀਂ ਆ ਗਏ। ਪਰਮਿੰਦਰ ਸਿੰਘ ਸਰੋਤ ਜੀ ਆ ਜਾਓ। ਓਕੇ, ਠੀਕ ਆ ਰਹੀ ਹੈ ਆਵਾਜ਼ ਹੈ? ਸੋ ਪਹਿਲਾਂ ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਨਾਲ। ਸਾਰੇ ਹੀ ਵੀਰਾਂ ਭੈਣਾਂ ਨੂੰ ਜਿਹੜੇ ਵੀ ਲਾਈਵ ਨੇ ਜਾਂ ਜਿਹੜੇ ਬਾਅਦ 'ਚ ਵੀ ਸੁਣਨਗੇ, ਉਹਨਾਂ ਸਾਰਿਆਂ ਨੂੰ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਗੱਲ ਆਪਣੇ ਵਿਰਸੇ ਦੀ ਉਹ ਕਰਦੇ ਸੀ। ਅਸਲ 'ਚ ਟੌਪਿਕ ਬਹੁਤ ਇਕੱਠੇ ਹੋ ਗਏ। ਇੱਕ ਤਾਂ ਕਰੋਨਾ ਦਾ ਸਭ ਤੋਂ ਵੱਡਾ ਟੌਪਿਕ, ਪੁਲਿਸ ਦਾ ਔਰ ਪਬਲਿਕ ਦਾ ਜੋ ਕਲੇਸ਼ ਪਿਆ ਹੋਇਆ, ਉਹ ਲਾ ਐਂਡ ਆਰਡਰ ਦੀ ਗੱਲ ਚੱਲਦੀ ਹੈ। ਭਾਈ ਨਿਰਮਲ ਸਿੰਘ ਜੀ ਜੋ ਕਿ ਚੜ੍ਹਾਈ ਕਰ ਗਏ ਤੇ ਸੰਗੀਤ ਦੇ ਵਿੱਚ ਉਹਨਾਂ ਦੀ ਵੀ ਗੱਲ ਸੀ। ਵਿਸਾਖੀ ਲੰਘ ਕੇ ਗਈ ਹੈ ਤੇ ਕਈਆਂ ਨੇ ਕਿਹਾ ਵਿਸਾਖੀ 'ਤੇ ਨਹੀਂ ਗੱਲ ਕੀਤੀ। ਸੋ ਟੌਪਿਕ ਹੋ ਜਾਂਦੇ ਨੇ ਜ਼ਿਆਦਾ, ਟਾਈਮ ਥੋੜ੍ਹਾ ਜਿਹਾ ਘੱਟ ਹੁੰਦਾ। ਸੋ ਇਸ ਕਰਕੇ ਕਈ ਵਾਰੀ ਦਿੱਕਤ ਆ ਜਾਂਦੀ ਹੈ। ਚਲੋ ਜਿੰਨਾ ਕੁ ਹੁੰਦਾ ਆਪਾਂ, ਤੇ ਮੈਂ ਇਹ ਵੀ ਸੋਚਿਆ ਸੀ ਵੀ ਕਿਉਂ ਨਾ ਆਪਾਂ ਲੜੀਵਾਰ ਗਾਥਾ ਸ਼ੁਰੂ ਕਰੀਏ ਇਤਿਹਾਸ ਦੀ। ਮੈਂ ਜਿਵੇਂ ਪਹਿਲਾਂ ਸ਼ੁਰੂਆਤ ਕੀਤੀ ਹੋਈ ਸੀ ਤੇ ਬਹੁਤ ਪਿਆਰ ਦਿੱਤਾ। ਹੁਣ ਵੀ ਫੋਨ ਆਉਂਦੇ ਨੇ ਕਿਉਂਕਿ ਅੱਜ ਕੱਲ੍ਹ ਉਹ ਚੱਲ ਰਹੀ ਹੈ ਇੱਕ ਓਅੰਕਾਰ TV 'ਤੇ। ਪਹਿਲਾਂ ਉਹ A1 ਪੰਜਾਬੀ 'ਤੇ ਚੱਲੀ ਸੀ ਤੇ ਉਦੋਂ ਬਾਅਦ ਇੱਕ ਓਅੰਕਾਰ ਵਾਲਿਆਂ ਨੇ ਖਰੀਦ ਲਿਆ ਸੀ ਉਹਨਾਂ ਤੋਂ ਸਾਰੇ ਐਪੀਸੋਡ ਨੂੰ, ਉਹ 'ਤੇ ਚੱਲ ਰਿਹਾ। ਸੋ ਮੈਂ ਚਾਹੁੰਦਾ ਸੀ ਵੀ ਆਪਾਂ ਉਸੇ ਲੜੀ ਨੂੰ ਕਿਸੇ ਤਰ੍ਹਾਂ ਕੰਟੀਨਿਊ ਕਰੀਏ, ਨਾਲੇ ਤਾਂ ਇੱਕ ਸੀਕੁਐਂਸ ਜਿਹਾ ਬਣ ਜਾਂਦਾ। ਸੋ ਮੈਂ ਇੱਕ ਗੱਲ ਕਰਨ ਲੱਗਿਆ, ਜਿੱਥੋਂ ਸ਼ੁਰੂਆਤ ਕਰਨ ਲੱਗੇ ਆਪਾਂ। ਇੱਕ ਬਾਦਸ਼ਾਹ ਹੋਇਆ ਨੌਸ਼ੇਰਵਾਂ, ਜਿਹਨੇ ਬਗਦਾਦ ਸ਼ਹਿਰ ਵੀ ਵਸਾਇਆ ਸੀ। ਅਤੇ ਨੌਸ਼ੇਰਵਾਂ ਬਾਦਸ਼ਾਹ ਕਹਿੰਦੇ ਜਦੋਂ ਪੜ੍ਹਦਾ ਸੀ ਮਦਰਸੇ 'ਚ, ਕਿਉਂਕਿ ਉਹਨਾਂ ਵੇਲਿਆਂ 'ਚ ਅੱਜ ਵਾਂਗੂ ਸਕੂਲ ਕਾਲਜ ਤਾਂ ਹੁੰਦੇ ਨਹੀਂ ਸੀ, ਮਦਰਸੇ ਦੂਰ ਦੁਰਾਡੇ, ਜਿਵੇਂ ਆਪਣੇ ਏਸ਼ੀਆ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇਹ ਸਿਸਟਮ ਰੱਖਿਆ ਹੋਇਆ ਸੀ ਵੀ ਰਿਸ਼ੀਆਂ ਮੁਨੀਆਂ ਦੇ ਜੰਗਲਾਂ ਦੇ ਵਿੱਚ ਡੇਰੇ ਸੀ। ਇਸੇ ਤਾਂ ਮਦਰਸੇ ਵੀ ਪਬਲਿਕ ਤੋਂ, ਆਬਾਦੀ ਤੋਂ ਦੂਰ ਹੁੰਦੇ ਸੀ। ਉੱਥੇ ਆਮ ਤੌਰ 'ਤੇ ਪੜ੍ਹਨ ਦੇ ਲਈ, ਬੱਚਿਆਂ ਨੂੰ ਸਿੱਖਿਆ ਲੈਣ ਲਈ ਹੁੰਦੇ ਸੀ, ਅਤੇ ਉਦੋਂ ਵੀ ਵੱਖਰੇ ਵੱਖਰੇ ਸੀ, ਕੋਈ ਰਾਜੇ ਮਹਾਰਾਜੇ ਵਾਲਾ, ਕੋਈ ਆਮ ਪਬਲਿਕ ਵਾਲਾ। ਸੋ ਨੌਸ਼ੇਰਵਾਂ ਉੱਥੇ ਪੜ੍ਹਦਾ ਸੀ, ਬੜਾ ਲੰਮਾ ਸਮਾਂ ਇਹਨੇ ਸਟੱਡੀ ਕੀਤੀ। ਆਪਦੇ ਜੋ ਵੀ ਧਾਰਮਿਕ ਗੁਰੂ ਸੀ ਇਹਨਾਂ ਦੇ, ਉਹਨਾਂ ਤੋਂ ਰਾਜਨੀਤੀ ਦੀ, ਧਰਮ ਦੀ, ਘੋੜਸਵਾਰੀ, ਸ਼ਸਤਰ, ਉੱਥੇ ਬਹੁਤ ਸਾਰੇ ਰਾਜਿਆਂ ਮਹਾਰਾਜਿਆਂ ਦੇ ਬੱਚੇ, ਅਮੀਰਾਂ ਵਜ਼ੀਰਾਂ ਦੇ ਤੇ ਆਉਂਦੇ ਸੀ ਅਤੇ ਪੜ੍ਹਦੇ ਸੀ। ਇਹ ਲੰਬਾ ਸਮਾਂ ਪੜ੍ਹਿਆ ਉੱਥੇ, ਅਤੇ ਇਹਦੇ ਬਾਪ ਦੇ ਅਚਨਚੇਤ ਤਬੀਅਤ ਖਰਾਬ ਹੋ ਗਈ। ਬੜੀ ਧਿਆਨ ਮੰਗਦੀ ਹੈ ਇਹ ਗਾਥਾ, ਬਹੁਤ ਧਿਆਨ। ਇਹਨੂੰ ਅੱਜ ਦੇ ਸਮੇਂ ਨਾਲ ਜੋੜ ਕੇ ਦੇਖਿਓ। ਅਤੇ ਜਦੋਂ ਇਹਦਾ ਬਾਪ ਬਿਮਾਰ ਹੋ ਗਿਆ ਤਾਂ ਇਹਨੇ ਸੁਨੇਹਾ ਭੇਜਿਆ ਕਿ ਉਹਨੂੰ ਲੈ ਆਓ ਨੌਸ਼ੇਰਵਾਂ ਨੂੰ, ਤਾਂ ਕਿ ਮੈਂ ਰਸਮ ਅਦਾ ਕਰ ਦੇਵਾਂ, ਮੇਰੇ ਤੋਂ ਬਾਅਦ ਗੱਦੀ ਦਾ ਵਾਰਸ ਉਹ ਹੈ। ਪੜ੍ਹਾਈ ਵੀ ਤਕਰੀਬਨ ਮੁਕੰਮਲ ਸੀ, ਚੜ੍ਹਦੀ ਜਵਾਨੀ 'ਚ ਪਹੁੰਚ ਚੁੱਕਿਆ ਸੀ, ਅਤੇ ਇਹਨੂੰ ਲੈਣ ਦੇ ਲਈ, ਕਿਉਂਕਿ ਆਉਣ ਵਾਲਾ ਬਾਦਸ਼ਾਹ ਸੀ, ਅਮੀਰ ਵਜ਼ੀਰ, ਹਾਥੀ ਘੋੜੇ, ਕਾਫੀ ਵੱਡੀ ਫੌਜ, ਲੋਕ ਪਤਵੰਤੇ ਸੱਜਣ ਉਹ ਲੈਣ ਪਹੁੰਚੇ।
ਤੇ ਸਾਰੀਆਂ ਰਸਮਾਂ ਦੇ ਨਾਲ ਇਹ ਆਪਣੇ ਉੱਥੋਂ ਮਦਰਸੇ 'ਚੋਂ ਵਿਦਾ ਹੋਣ ਲੱਗਿਆ। ਜਦੋਂ ਵਿਦਾ ਹੋ ਕੇ ਰਥ 'ਚ ਬਹਿ ਗਿਆ, ਸਾਰੇ ਲੋਕ ਵਰਖਾ ਫੁੱਲਾਂ ਦੀ ਕਰਕੇ ਹਟ ਗਏ। ਤਾਂ ਜਦੋਂ ਐਨ ਤੁਰਨ ਲੱਗਿਆ ਤਾਂ ਪਿੱਛੋਂ ਉਸਤਾਦ ਨੇ ਆਵਾਜ਼ ਮਾਰੀ, ਕਹਿੰਦਾ ਨੌਸ਼ੇਰਵਾਂ ਗੱਲ ਸੁਣੀ? ਕਹਿੰਦਾ ਹਾਂਜੀ, ਆ ਥੱਲੇ ਆ। ਉਹ ਆਇਆ ਤੇ ਜਦੋਂ ਉਹ ਆ ਕੇ ਪੁੱਛਿਆ ਉਸਤਾਦ ਜੀ ਨੂੰ, ਕਹਿੰਦਾ ਉਸਤਾਦ ਜੀ ਕੀ ਗੱਲ ਨਾ? ਕਾੜ ਕਰਦਾ ਥੱਪੜ ਉਹਦੇ ਕੰਨ ਤੇ ਮਾਰਿਆ ਦੇ ਉਸਤਾਦ ਨੇ। ਸਾਰੇ ਇੱਕ ਵਾਰੀ ਸन्नाटा ਛਾ ਗਿਆ ਕਿਉਂਕਿ ਨਿਗਾਹ ਸਭ ਦੀ ਸੀ। ਤੇ ਜਦੋਂ ਉਹਦੀਆਂ ਅੱਖਾਂ 'ਚ ਅੱਥਰੂ, ਚਿਹਰਾ ਲਾਲ, ਤੇ ਕਹਿੰਦਾ ਉਸਤਾਦ ਜੀ ਕੀ ਗੁਸਤਾਖੀ ਹੋ ਗਈ? ਕਹਿੰਦੇ ਬਸ ਦਫਾ ਹੋ ਜਾ ਇੱਥੋਂ। ਉਹ ਕਹਿੰਦਾ ਗੁਰੂ ਜੀ ਇਹ ਤਾਂ ਦੱਸ ਦਿਓ ਮੇਰੇ ਤੋਂ ਗਲਤੀ ਕੀ ਹੈ? ਕਹਿੰਦੇ ਤੈਨੂੰ ਨੌਸ਼ੇਰਵਾਂ ਜਦੋਂ ਮੈਂ ਕਹਿਤਾ ਵੀ ਜਾ, ਹੁਣ ਕਿਹੜੇ ਰਾਗ ਰੰਗ, ਕਿਹੜੇ ਬਾਜੇ ਗਾਜੇ ਸਭ ਬੰਦ ਹੋ ਗਏ। ਸन्नाटा ਛਾਇਆ ਰਿਹਾ ਸਿਰੇ ਤੱਕ, ਆ ਗਿਆ ਕਰੇ। ਮਨ 'ਚ ਇੱਕੋ ਗੱਲ ਸੋਚੀ ਜਾਂਦਾ ਵੀ ਥੱਪੜ ਮਾਰਿਆ ਤਾਂ ਕਿਉਂ ਮਾਰਿਆ। ਸਮਾਂ ਲੰਘਦਾ ਗਿਆ। ਹੋਰ ਸਾਲ 2 ਸਾਲ ਬਾਅਦ ਜਦੋਂ ਬਾਦਸ਼ਾਹ ਦੀ ਤਬੀਅਤ ਜ਼ਿਆਦਾ ਨਾਜ਼ੁਕ ਹੋ ਗਈ, ਉਹਨੇ ਕਹਿ ਦਿੱਤਾ, ਪਹਿਲਾਂ ਰਸਮਾਂ ਤਾਂ ਅਦਾ ਕਰ ਦਿੱਤੀਆਂ ਜਾਂਦੇ ਦੀਆਂ, ਪਰ ਫਿਰ ਪੱਕੇ ਤੌਰ 'ਤੇ ਗੱਦੀ 'ਤੇ ਬਿਠਾ ਦਿੱਤਾ ਉਹਨੂੰ। ਅਤੇ ਬਿਠਾਉਣ ਦੀ ਰਸਮ ਜਦੋਂ ਕੀਤੀ, ਸਾਰਿਆਂ ਨੂੰ ਬੁਲਾ ਕੇ ਇਕੱਠ ਕੀਤਾ, ਸੁਨੇਹੇ ਭੇਜੇ। ਨੇੜੇ ਦੇ ਅਮੀਰ, ਵਜ਼ੀਰ, ਰਾਜੇ, ਛੋਟੇ ਮਹਾਰਾਜੇ ਵੀ ਆਏ। ਆਪਦਾ ਗੁਰੂ ਵੀ ਇਹਨੇ ਬੁਲਾ ਲਿਆ। ਅਤੇ ਜਦੋਂ ਗੁਰੂ ਆਇਆ, ਸਾਰਾ ਕੁਛ ਰਸਮਾਂ ਹੋ ਉੱਠੀਆਂ ਅਤੇ ਗੁਰੂ ਨੇ ਫਿਰ ਜਾਣ ਲੱਗੇ ਨੇ ਫਿਰ ਪੁੱਛ ਲਿਆ, ਕਹਿੰਦਾ ਨੌਸ਼ੇਰਵਾਂ ਕੁਛ ਕੋਈ ਗੱਲਬਾਤ ਕਰਨੀ ਹੈ ਤਾਂ ਪੁੱਛ ਲਓ। ਕਹਿੰਦਾ ਉਸਤਾਦ ਜੀ ਇੱਕੋ ਕਰਨੀ ਹੈ। ਕਹਿੰਦਾ ਦੱਸੋ। ਕਹਿੰਦਾ ਉਦੋਂ ਥੱਪੜ ਕਿਉਂ ਮਾਰਿਆ ਤੀ? ਆਹ ਗੱਲ ਦਾ ਜਵਾਬ ਦੇ ਦਿਓ। ਤਾਂ ਉਹਦਾ ਉਸਤਾਦ ਕਹਿਣ ਲੱਗਿਆ, ਕਹਿੰਦਾ ਨੌਸ਼ੇਰਵਾਂ ਥੱਪੜ ਤਾਂ ਤੇਰੇ ਪਹਿਲਾਂ ਵੀ ਬਹੁਤ ਵਾਰੀ ਮਾਰੇ ਨੇ, ਉਦੋਂ ਤਾਂ ਕਦੇ ਇੱਦਾਂ ਗੱਲ ਨਹੀਂ ਕੀਤੀ, ਪਹਿਲੀ ਵਾਰ ਮਾਰਿਆ? ਉਹ ਕਹਿੰਦਾ ਨਹੀਂ ਜੀ, ਪਹਿਲਾਂ ਜਦੋਂ ਮੇਰੇ ਮਾਰੇ ਨੇ ਮੈਨੂੰ ਇਹ ਪਤਾ ਹੁੰਦਾ ਸੀ ਮੇਰੇ ਥੱਪੜ ਮਾਰਿਆ ਕਿਉਂ ਹੈ। ਉਦੋਂ ਮੈਨੂੰ ਮੇਰੀ ਗਲਤੀ ਦਾ, ਮੇਰੇ ਗੁਨਾਹ ਦਾ ਪਤਾ ਹੁੰਦਾ ਸੀ, ਪਰ ਐਤਕੀ ਮੈਨੂੰ ਗੁਨਾਹ ਦਾ ਨਹੀਂ ਪਤਾ। ਤਾਂ ਉਹਦੇ ਉਸਤਾਦ ਨੇ ਕਿਹਾ ਸੀ, ਕਹਿੰਦੇ ਵਾਕਿਆ ਹੀ ਇਸੇ ਲਈ ਮਾਰਿਆ ਸੀ। ਨੌਸ਼ੇਰਵਾਂ ਦੇਖੀ ਕਿਤੇ ਕਿਸੇ ਬੇਗੁਨਾਹ ਦੇ ਥੱਪੜ ਨਾ ਮਾਰਦੀ। ਜਿਵੇਂ ਤੂੰ ਨਹੀਂ ਨਾ ਭੁੱਲਿਆ, 1 ਸਾਲ ਹੋ ਗਿਆ, ਤੇਰੇ ਕੋਲੇ ਤਾਕਤ ਹੈ, ਤੂੰ ਤਾਂ ਬਾਦਸ਼ਾਹ ਮੇਰੇ ਤੋਂ ਸਵਾਲ ਮੰਗ ਲਿਆ, ਮੇਰੇ ਤੋਂ ਜਵਾਬ ਮੰਗ ਲਿਆ, ਮੈਨੂੰ ਸਜ਼ਾ ਵੀ ਦੇ ਸਕਦਾ ਹੈ, ਮੈਨੂੰ ਬੇਗੁਨਾਹ ਨੂੰ ਸਜ਼ਾ ਵੀ ਦੇ ਸਕਦਾ ਹੈ, ਤੂੰ ਅੱਜੇ ਕਾਰਾਵਾਰ 'ਚ ਛੱਡ ਸਕਦਾ ਹੈ, ਜੋ ਮਰਜ਼ੀ ਮੇਰੇ ਕੋਲੋਂ ਕਰਵਾ ਸਕਦਾ ਹੈ। ਪਰ ਜੇ ਕਿਸੇ ਬੇਗੁਨਾਹ ਗਰੀਬ ਮਜ਼ਲੂਮ ਦੇ ਥੱਪੜ ਮਾਰਤਾ, ਉਹ ਤੈਨੂੰ ਕੁਛ ਨਹੀਂ ਕਹਿ ਸਕਣਾ। ਫਿਰ ਸਾਰੀ ਉਮਰ ਉਹਦੀ ਰੋਂਦੇ, ਕੁਰਲਾਉਂਦੇ ਅਤੇ ਤੜਫਦੇ ਦੀ ਲੰਘ ਜੂਗੀ। ਇਹ ਬਦਦੁਆਵਾਂ ਨਾ ਲਈ, ਇੱਕ ਚੰਗਾ ਬਾਦਸ਼ਾਹ ਬਣੀ। ਸੱਚ ਜਾਣਿਓ, ਦੁਨੀਆ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਾਂਗੂ ਇਸ ਨੌਸ਼ੇਰਵਾਂ ਦਾ ਨਾਂ ਹੈ, ਜਿਹਦੀਆਂ ਸਾਖੀਆਂ ਤੁਸੀਂ ਸੁਣੋ। ਆਪਾਂ ਕਿਤਾਬਾਂ ਦੀ ਗੱਲ ਤਾਂ ਹੀ ਕਰਦੇ ਹੁੰਦੇ ਹਾਂ ਕਿਉਂਕਿ ਭਰੀਆਂ ਪਈਆਂ ਨੇ ਇਹੋ ਜਿਹੇ ਚੰਗੇ ਬੰਦਿਆਂ ਨਾਲ ਵੀ। ਆਪਾਂ ਹਿਟਲਰ, ਨੈਪੋਲੀਅਨ ਨੂੰ ਤਾਂ ਸਾਰੇ ਜਾਣਦੇ ਹਾਂ, ਪਰ ਇਹੋ ਜਿਹੇ ਬਾਦਸ਼ਾਹ ਨੂੰ ਬਹੁਤ ਘੱਟ ਜਾਣਦੇ ਹਾਂ। ਸੋ ਕਹਿਣ ਦਾ ਭਾਵ ਹੈ, ਅੱਜ ਵੀ ਜਦੋਂ ਕੋਈ ਵੀ ਤਾਕਤ ਦੇ ਨਸ਼ੇ 'ਚ, ਚਾਹੇ ਉਹ ਪੁਲਿਸ ਹੈ, ਚਾਹੇ ਪ੍ਰਸ਼ਾਸਨ ਹੈ, ਚਾਹੇ ਰਾਜਨੀਤਿਕ ਬੰਦਾ ਹੈ, ਚਾਹੇ ਕੋਈ ਆਮ ਅਸਰ ਰਸੂਖ ਵਾਲਾ ਹੈ, ਜਦੋਂ ਉਹ ਆਪਣੇ ਤਾਕਤ ਦੇ ਨਸ਼ੇ ਦੇ ਵਿੱਚ ਕਿਸੇ ਬੇਗੁਨਾਹ ਨੂੰ ਸਜ਼ਾ ਦਿੰਦਾ ਹੈ ਨਾ, ਉਹ ਕਰ ਤਾਂ ਕੁਛ ਨਹੀਂ ਸਕਦਾ, ਪਰ ਉਹਦੇ ਜੋ ਦਿਲ 'ਤੇ ਬੀਤਦੀ ਹੈ ਉਹ ਆਹੀ ਹੈ ਕਿ ਉਹ ਭੁੱਲਦਾ ਨਹੀਂ। ਅਤੇ ਇਹੋ ਜਿਹੇ ਹੌਂਕੇ ਹਾਵਾਂ ਕਈ ਵਾਰੀ ਬੰਦੇ ਨੂੰ ਲੈ ਬਹਿੰਦੀਆਂ ਨੇ ਅਤੇ ਉਹ ਪਤਾ ਨਹੀਂ ਡਾਇਰੈਕਸ਼ਨ ਕਿਹੜੀ 'ਚੋਂ ਉਹ ਹੌਂਕੇ ਨਿਕਲ ਜਾਣ। ਸੋ ਇਹ ਮੇਰੀ ਬੇਨਤੀ ਸੀ ਕਿ ਇਹੋ ਜਿਹੇ ਯੋਧੇ, ਇਹੋ ਜਿਹੇ ਬਾਦਸ਼ਾਹ ਜੋ ਮਹਾਰਾਜਾ ਰਣਜੀਤ ਸਿੰਘ ਨੇ ਜਿਵੇਂ ਰਾਜ ਕਾਇਮ ਕੀਤਾ, ਹੋਰ ਵੀ ਇਤਿਹਾਸ 'ਚ ਭਰੇ ਪਏ ਨੇ। ਸੋ ਆਪਾਂ ਗੱਲ ਕਰ ਰਹੇ ਸੀ ਆਪਣੇ ਇਤਿਹਾਸ ਦੀ ਵੀ, ਕਿਉਂਕਿ ਪਿਛਲੀ ਵਾਰੀ ਕਾਫੀ ਵੀਰਾਂ ਨੇ ਫੋਨ ਵੀ ਕੀਤਾ ਕਿ ਕਿਤਾਬਾਂ ਦੀ ਗੱਲ ਕਰਦੇ ਰਿਹਾ ਕਰੋ, ਕਿਉਂਕਿ ਪੜ੍ਹਨ ਦਾ ਰੁਝਾਨ ਸਾਡੀ ਕੌਮ 'ਚ ਬਹੁਤ ਘੱਟ ਹੈ। ਅਤੇ ਜੇ ਸਾਨੂੰ ਕੋਈ ਪੁੱਛ ਲਵੇ ਤੁਸੀਂ ਕੌਣ ਹੋ, ਤਾਂ ਉਹਦੀ ਜਵਾਬ ਹੈ, ਇੱਕ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ, ਕਹਿੰਦਾ ਜਿੱਥੇ ਮੁੱਕਦੀ ਮਜਨੂੰ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਜਿੱਥੇ ਇਸ਼ਕ ਮਜਾਜੀ ਖਤਮ ਹੁੰਦਾ, ਉੱਥੋਂ ਇਸ਼ਕ ਹਕੀਕੀ ਸ਼ੁਰੂ ਹੁੰਦਾ। ਜਿੱਥੇ ਮੁੱਕਦੀ ਮਜਨੂੰ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਸਿਰ ਲੈ ਗਏ, ਸਾਡੇ ਜਿਸਮ 'ਚੋਂ ਗਈ ਨਾ ਜਾਨ ਸਾਡੀ। ਮਰਨ ਵਾਸਤੇ ਆਪਣੀ ਅਣਖ ਪਿੱਛੇ ਰੀਝ ਰਹੀ ਹੈ ਸਦਾ ਜ਼ਬਾਨ ਸਾਡੀ। ਹੁੰਦਾ ਰਿਹਾ ਟੱਕਰੇ ਜਿਸਮ ਸਾਡਾ, ਐ ਪਰਸੀ ਨਾ ਕਿਹਾ ਜ਼ੁਬਾਨ ਸਾਡੀ। ਤਰਦੇ ਰਹੇ ਨੇ ਲੋਕ ਝਨਾਹ ਅੰਦਰ, ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ। ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਅਤੇ ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ।
ਕਰਨ ਵਾਸਤੇ ਦੂਰ ਪਿਆਸ ਆਪਣੀ ਅਸੀਂ ਖੂਹ ਕੁਰਬਾਨੀ ਦਾ ਗੇੜਦੇ ਰਹੇ। ਲੱਭਣ ਲਈ ਅਸਲੀ ਸੋਮਾ ਜ਼ਿੰਦਗੀ ਦਾ ਮੌਤ ਆਪਣੀ ਆਪ ਸਹੇੜਦੇ ਰਹੇ। ਸਾਨੂੰ ਕਿਸੇ ਨਹੀਂ ਦੱਸੀ ਸਵਾਹ ਮਲਣੀ ਜੁੱਸੇ ਲਹੂ ਦੇ ਵਿੱਚ ਲਵੇੜਦੇ ਰਹੇ। ਜੋਗ ਅਸੀਂ ਦਸ਼ਮੇਸ਼ ਤੋਂ ਲਿਆ ਐਸਾ ਜਾਣ ਬੁੱਝ ਕੇ ਸੱਪਾਂ ਨੂੰ ਛੇੜਦੇ ਰਹੇ। ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ ਖੋਲੇ ਖੰਭ ਤੇ ਪਿੰਜਰੇ ਤੋੜ ਛੱਡੇ। ਅਸੀਂ ਉਹ ਹਾਂ ਜਿਨ੍ਹਾਂ ਦੇ ਸੀਨਿਆਂ ਨੇ ਤਿੱਖੇ ਨੇਜਿਆਂ ਦੇ ਮੂੰਹ ਮੋੜ ਛੱਡੇ। ਇਹ ਸਾਡਾ ਵਿਰਸਾ ਹੈ, ਇਹ ਸਾਡਾ ਇਤਿਹਾਸ ਹੈ। ਸੋ ਆਪਾਂ ਉਸੇ ਟੌਪਿਕ ਨੂੰ ਲੈ ਕੇ ਅੱਗੇ ਤੁਰੀਏ ਕਿ ਕਿਵੇਂ ਇਹਨਾਂ ਕਿਤਾਬਾਂ ਨੇ ਜ਼ਿੰਦਗੀ ਬਦਲਣੀ ਹੈ ਔਰ ਕੀ ਕੁਛ ਹੈ ਇਹਨਾਂ ਦੇ, ਕਿਉਂਕਿ ਗਿਆਨ ਹੈ ਜਿਹੜਾ ਇਹਨੂੰ ਕੋਈ ਖੋਹ ਨਹੀਂ ਸਕਦਾ, ਕੋਈ ਚੋਰੀ ਨਹੀਂ ਕਰ ਸਕਦਾ। ਹਰ ਚੀਜ਼ ਚੋਰੀ ਹੋ ਸਕਦੀ ਹੈ, ਖੋਈ ਜਾ ਸਕਦੀ ਹੈ, ਪਰ ਗਿਆਨ, ਅਕਲ, ਤੁਹਾਡੀ ਕੈਪੇਬਿਲਿਟੀ, ਤੁਹਾਡੇ ਗੁਣ, ਇਹਨਾਂ ਨੂੰ ਕੋਈ ਖੋਹ ਨਹੀਂ ਸਕਦਾ। ਸੋ ਪਿਛਲੀ ਵਾਰ ਜਿਹੜਾ ਆਪਾਂ ਟੌਪਿਕ ਛੇੜਿਆ ਸੀ ਸਿੱਖ ਰਾਜ ਕਿਵੇਂ ਗਿਆ, ਉਹਦੇ ਬਾਰੇ ਕਈ ਸਵਾਲ ਆਏ ਨੇ ਕਿ ਤੁਸੀਂ ਥੋੜ੍ਹਾ ਜਿਹਾ ਹੋਰ ਕਲੀਅਰ ਕਰੋ ਉਹਦੇ ਬਾਰੇ। ਮੈਂ ਉਦੋਂ ਵੀ ਬੇਨਤੀ ਕੀਤੀ ਸੀ ਕਿ ਵੈਸੇ ਤਾਂ ਉਹ ਕਿਤਾਬ ਹੈ ਜਿਹੜੀ ਸੋਹਣ ਸਿੰਘ ਸੀਤਲ ਜੀ ਦੀ, ਉਹ ਜੇ ਤੁਸੀਂ ਖੁਦ ਪੜ੍ਹੋ ਤਾਂ ਬਹੁਤ ਕੁਝ ਉਹਦੇ 'ਚੋਂ ਤੁਹਾਨੂੰ ਮਿਲ ਸਕਦਾ ਹੈ, ਕਿਉਂਕਿ ਲੰਬਾ ਟੌਪਿਕ ਹੈ। ਕਿਵੇਂ, ਮੈਂ ਉਦੋਂ ਵੀ ਦੱਸਿਆ ਸੀ ਵੀ ਅਸੀਂ ਹਾਰੇ ਨਹੀਂ, ਉਹ ਖੁਦ ਮੰਨਦੇ ਨੇ ਕਿ ਇਹ ਹਾਰੇ ਨਹੀਂ, ਅਸੀਂ ਇਹਨਾਂ ਨੂੰ ਹਰਾਇਆ ਨਹੀਂ, ਅਤੇ ਅਸੀਂ ਖੁਦ ਕਹਿ ਰਹੇ ਹਾਂ ਅਸੀਂ ਹਾਰੇ ਨਹੀਂ। ਅਤੇ ਉਹਨਾਂ ਦੇ ਚਿੱਠੀਆਂ, ਉਹਨਾਂ ਦੇ ਲੈਟਰ ਇਹ ਸਾਬਤ ਕਰਦੇ ਨੇ, ਅਤੇ ਸਾਨੂੰ ਗਦਾਰੀ ਨੇ ਅਤੇ ਆਪੋ ਪਾਟ ਧਾੜ ਹੋਈ ਹੈ ਉਹਨੇ ਮਰਵਾ ਦਿੱਤਾ। ਬਹੁਤ ਡੂੰਘੀ ਸਾਜ਼ਿਸ਼ ਨਾਲ ਡੋਗਰੇ ਜੋ ਕਿ ਯੂਪੀ ਦੇ ਭਈਏ ਸੀ, ਉਹ ਸਿੰਘ ਸੱਜ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਭਰਤੀ ਹੋਏ ਸੀ। ਅਤੇ ਮਾੜੀ ਕਿਸਮਤ ਨੂੰ ਸਾਡੀ ਜਾਂ ਸਾਡੇ ਰਾਜ ਦੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਪੈ ਗਈ ਅਤੇ ਉਹਨੇ ਉੱਚੇ ਅਹੁਦਿਆਂ 'ਤੇ ਲੈ ਜਾਂਦੇ। ਅਤੇ ਉਹ ਆਪਣੀ ਯੋਗਤਾ ਤਾਂ ਦੇਖੋ ਹੈਗੀ ਸੀ, ਤਾਂ ਹੀ ਇਸ ਲੈਵਲ 'ਤੇ ਉਹ ਪਹੁੰਚੇ, ਅਤੇ ਉਹ ਇਸ ਲੈਵਲ 'ਤੇ ਹੀ ਨਹੀਂ ਪਹੁੰਚੇ, ਸਾਡੀਆਂ ਜੜ੍ਹਾਂ 'ਚ ਬਹਿ ਗਏ। ਬਹੁਤ ਤਕੜੀ ਖਾਨਾ ਜੰਗੀ ਉਹਨਾਂ ਨੇ ਛੇੜਤੀ, ਜਿਹਦੇ 'ਚ ਸਾਡਾ ਸਾਰਾ ਰਾਜ ਭਾਗ ਤਬਾਹ ਹੋ ਗਿਆ। ਹੁਣ ਤੁਸੀਂ ਆਪ ਸੋਚੋ, ਬਿਨਾਂ ਮਹਾਰਾਜਾ ਰਣਜੀਤ ਸਿੰਘ ਤੋਂ, ਜਾਣੀ ਕਿ ਕਿਸੇ ਵੀ ਆਗੂ ਤੋਂ ਬਿਨਾਂ ਫੌਜਾਂ ਲੜ ਰਹੀਆਂ ਨੇ, ਸਾਡਾ ਜਰਨੈਲ ਕੋਈ ਨਹੀਂ। ਅਤੇ ਜਿਹੜੇ ਸਾਡੇ ਜਰਨੈਲ ਨੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਰਦਾਰ ਖੜਕ ਸਿੰਘ ਜੋ ਕਿ ਸ਼ੇਰੇ ਪੰਜਾਬ ਦਾ ਵੱਡਾ ਸਪੁੱਤਰ ਸੀ ਔਰ ਬਹੁਤ ਯੋਗ ਅਤੇ ਲਾਇਕ ਸੀ, ਉਹ ਗੱਦੀ 'ਤੇ ਬੈਠਿਆ ਅਤੇ ਉਹਨੇ ਆਪਣਾ ਮੇਨ ਸਲਾਹਕਾਰ ਚੇਤ ਸਿੰਘ ਨੂੰ ਬਣਾਇਆ। ਉਹਨਾਂ ਨੇ ਬੈਠਣ ਸਾਰੇ ਦੇਖ ਲਿਆ ਸੀ ਵੀ ਡੋਗਰਿਆਂ ਨੇ ਕਰ ਕੀ ਰੱਖਿਆ, ਵੀ ਤਾਂ ਬੇੜਾ ਗਰਕ ਕਰਿਆ ਪਿਆ ਸਾਰੇ ਦਰਬਾਰ ਦਾ। ਬਸ ਚੇਤ ਸਿੰਘ, ਕਿਉਂਕਿ ਸਾਡੀ ਸਿੱਖ ਕੌਮ ਹੈ ਨਾ ਜਿਹੜੀ, ਕਾਹਲੀ ਬਹੁਤ ਹੈ, ਸਾਨੂੰ ਦੰਦੀਆਂ ਪੀਣ ਲੱਗ ਜਾਣਾ ਵੀ ਬਸ ਪਹਿਲਾਂ ਇਹਨੂੰ ਦੱਸ ਦਈਏ, ਕੰਮ ਬਾਅਦ 'ਚ ਕਰਾਂਗੇ, ਲਲਕਾਰ ਕੇ ਕਰਨਾ ਜਿਹੜਾ ਕਰਨਾ। ਉਹ ਬਸ ਲਲਕਾਰਾ ਮਾਰਤਾ। ਚੇਤ ਸਿੰਘ ਨੇ ਕਹਿਤਾ, ਕਹਿੰਦਾ ਮਹੀਨੇ ਦੇ ਅੰਦਰ ਅੰਦਰ ਦੇਖੀ। ਧਿਆਨ ਸਿੰਘ ਨੂੰ ਕਹਿੰਦਾ ਤੇਰਾ ਬਣਦਾ ਕੀ ਹੈ, ਆਹ ਕਹਿ ਬੈਠੇ ਆ। ਉਹਨੇ ਮਹੀਨਾ ਕੀ ਹਫ਼ਤਾ ਨਹੀਂ ਪੈਣ ਦਿੱਤਾ ਅਗਲੇ ਨੇ। ਕਹਿੰਦਾ 13 ਮਹੀਨਾ ਆਊ, ਜਦੋਂ ਆਊ ਹਫ਼ਤੇ ਦੇ ਅੰਦਰ ਅੰਦਰ ਹੀ ਉਹਨੇ ਸਾਰਾ ਕੁਛ ਕਰ ਲਿਆ। ਕੰਵਰ ਨੌਨਿਹਾਲ ਸਿੰਘ ਜਾਣੀ ਕਿ ਖੜਕ ਸਿੰਘ ਦੇ ਬੇਟੇ ਨੂੰ ਅੰਗਰੇਜ਼ਾਂ ਤੋਂ ਜਾਲੀ ਚਿੱਠੀਆਂ ਮੰਗਾ ਕੇ ਦਿਖਾਈਆਂ ਵੀ ਤੇਰਾ ਬਾਪ ਖਾਲਸਾ ਰਾਜ ਅੰਗਰੇਜ਼ਾਂ ਨੂੰ ਦੇਣਾ ਚਾਹ ਰਿਹਾ। ਹੁਣ ਐਡਾ ਵੱਡਾ ਰਾਜ ਤੁਹਾਡੇ ਦਾਦਾ ਜੀ ਨੇ, ਸ਼ੇਰੇ ਪੰਜਾਬ ਨੇ ਕਾਇਮ ਕੀਤਾ, ਅਸੀਂ ਤਾਂ ਉਹਨਾਂ ਦੇ ਸੇਵਾਦਾਰ ਹਾਂ। ਅਸੀਂ ਕੁਛ ਨਹੀਂ ਮੰਗਦੇ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਤਖ਼ਤ 'ਤੇ ਬੈਠੋ। ਜੇ ਸਾਡੇ ਮਨ 'ਚ ਮਾੜੀ ਭਾਵਨਾ ਹੁੰਦੀ ਅਸੀਂ ਤੁਹਾਨੂੰ ਕਿਉਂ ਬਿਠਾਉਂਦੇ। ਬਸ ਹੁਣ ਹੰਝੂ ਕਹਿੰਦੇ ਧਿਆਨ ਸਿੰਘ ਡੋਗਰੇ ਦੀ ਚਿੱਟੀ ਦਾੜੀ ਦੇ ਉੱਤੋਂ ਦੀ ਲਗਾਤਾਰ ਚੋਹਰੇ 'ਤੇ, ਔਰ ਕੰਵਰ ਨੌਨਿਹਾਲ ਸਿੰਘ ਅਤੇ ਹੋਰ ਸਰਦਾਰ ਉਹਦੀਆਂ ਗੱਲਾਂ 'ਚ ਆ ਗਏ। ਚਿੱਠੀਆਂ ਸਾਹਮਣੇ ਰੱਖਤੀਆਂ, ਕਹਿੰਦਾ ਆਹ ਪਈਆਂ ਨੇ ਜੀ ਮੇਰੇ ਕੋਲ, ਤਾਂ ਚਿੱਠੀਆਂ ਦੇਖ ਲਓ, ਆਹ ਇਹਨਾਂ ਦੀ ਖੜਕ ਸਿੰਘ ਦੀ ਚਿੱਠੀ ਮੇਰੇ ਹੱਥ ਲੱਗੀ ਹੈ। ਉਹ ਜਾਲੀ ਚਿੱਠੀਆਂ, ਕਿਉਂਕਿ ਸਾਰਾ ਤਾਂ ਮੋਹਰਾਂ ਇਹਨਾਂ ਕੋਲੇ 'ਤੇ ਆ, ਉਹ ਗੱਲਾਂ 'ਚ ਆ ਗਏ ਅਤੇ ਗ੍ਰਿਫਤਾਰ ਕਰ ਲਏ। ਅਤੇ ਜਦੋਂ ਗ੍ਰਿਫਤਾਰ ਕਰਨ ਜਾ ਰਹੇ ਨੇ ਰਾਤ ਨੂੰ, ਚੇਤ ਸਿੰਘ ਵੀ ਨੂੰ ਨਿਗਾਹ ਪੈ ਗਈ ਅਤੇ ਉਹਦਾ ਅੰਗ ਰੱਖਕ 'ਤੇ ਜਿਹੜੇ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਆ ਰਹੇ ਨੇ, ਉਹਨਾਂ ਨੇ ਰੌਲਾ ਪਾਉਣਾ ਚਾਹਿਆ ਤਾਂ ਤਲਵਾਰ ਨਾਲ ਉਹ ਰੌਲਾ ਸਦਾ ਲਈ ਬੰਦ ਕਰਤਾ। ਬਾਡੀਗਾਰਡ ਮਾਰਤੇ, ਸੁੱਤੇ ਪਏ ਨੂੰ ਖੜਕ ਸਿੰਘ ਨੂੰ ਫੜ ਲਿਆ। ਚੇਤ ਸਿੰਘ ਨੂੰ ਗ੍ਰਿਫਤਾਰ ਕੀਤਾ, ਲੁਕ ਗਿਆ ਸੀ ਜਾ ਕੇ, ਪਰ ਇਹਨਾਂ ਨੇ ਕਿਉਂਕਿ ਆਪਣੀ ਗਾਰਦ ਲੈ ਕੇ ਗਏ ਤੇ ਰੋਕਦੇ ਰੋਕਦੇ ਚੇਤ ਸਿੰਘ ਦਾ ਕਤਲ ਉੱਥੋਂ ਹੀ ਕਰ ਦਿੱਤਾ। ਆਹ ਪਹਿਲਾ ਕਤਲ ਸ਼ੁਰੂ ਹੋਇਆ ਸਿੱਖ ਰਾਜ ਦਾ, ਚੇਤ ਸਿੰਘ ਦਾ। ਬਸ ਉਦੋਂ ਬਾਅਦ ਬਾਡਾ ਰੱਖ ਲਿਆ, ਖੜਕ ਸਿੰਘ ਨੂੰ ਕੈਦ ਕਰਕੇ ਜੇਲ੍ਹ 'ਚ ਭੇਜਤਾ। ਕੰਵਰ ਨੌਨਿਹਾਲ ਸਿੰਘ ਗੱਦੀ 'ਤੇ ਬਿਠਾਤਾ। ਜਦੋਂ ਤੱਕ ਉਹ ਸੰਭਲਦਾ, ਖੜਕ ਸਿੰਘ ਨੂੰ
ਸਲੋ ਪੋਇਜ਼ਨ ਜਿਹਨੂੰ ਜ਼ਹਿਰ ਆਪਾਂ ਕਹਿੰਦੇ ਹਾਂ, ਹਲਕੀ ਜ਼ਹਿਰ ਦੀ ਡੋਜ਼ ਦੇਣੀ ਸ਼ੁਰੂ ਕਰ ਦਿੱਤੀ। ਸਾਲ ਦੇ ਅੰਦਰ ਅੰਦਰ ਜਦੋਂ ਤੱਕ ਕੰਵਰ ਨੌ ਨਿਹਾਲ ਸਿੰਘ ਗੱਡੀ ਤੇ ਚੱਜ ਨਾਲ ਬੈਠਿਆ, ਉਹਨੇ ਸਮਝਿਆ ਸਾਰਾ ਕੁਛ ਆਲਾ ਦੁਆਲਾ, ਕੌਣ ਚੰਗਾ ਕੌਣ ਮਾੜਾ, ਉਦੋਂ ਨੂੰ ਤਾਂ ਕਹਾਣੀ ਹੱਥੋਂ ਲੰਘੀ ਦੀ। ਖੜਕ ਸਿੰਘ ਖਤਮ ਕਰਤਾ। ਜਦੋਂ ਉਹਦਾ ਸੰਸਕਾਰ ਕਰਕੇ ਕੰਵਰ ਨੌ ਨਿਹਾਲ ਸਿੰਘ ਜੀ ਵਾਪਸ ਆ ਰਹੇ ਨੇ, ਹਾਲੇ ਲਾਂਬੂ ਲਾ ਕੇ ਆ ਰਿਹਾ ਆਪਦੇ ਬਾਪ ਨੂੰ, ਰਸਤੇ 'ਚ ਉਹ ਖਤਮ ਕਰਤਾ, ਛੱਜਾ ਡਿੱਗਿਆ ਜਿਹੜਾ। ਸੋ ਇਸ ਢੰਗ ਨਾਲ ਪਹਿਲਾਂ ਸਾਰੇ ਹੀ ਤਬਾਹ ਕਰਤੇ, ਫੌਜਾਂ ਦੇ ਵਿੱਚ ਪਾਟਕ ਪਾਤੇ। ਅਤੇ ਜਦੋਂ ਅੰਗਰੇਜ਼ਾਂ ਨਾਲ ਸਾਡੀ ਲੜਾਈ ਹੁੰਦੀ ਹੈ, ਸਾਡਾ ਬਾਦਸ਼ਾਹ ਤਾਂ ਕੀ ਹੋਣਾ, ਸਾਡਾ ਜਰਨੈਲ ਵੀ ਨਹੀਂ, ਉਲਟਾ ਜਿਹੜੇ ਸਾਡੇ ਜਰਨੈਲ ਨੇ ਇਹ ਡੋਗਰੇ, ਜਿੱਦਣ ਸਾਡੀ ਲੜਾਈ ਹੋਣੀ ਹੈ, ਕਿਹੜੇ ਮੋਰਚੇ ਤੋਂ ਕੀ ਹੋਣਾ, ਸਾਡੀਆਂ ਤੋਪਾਂ ਕਿੱਧਰ ਨੇ, ਸਾਡੇ ਘੋੜਸਵਾਰਾਂ ਨੇ ਕੀ ਕਰਨਾ, ਕਿਹੜਾ ਜਰਨੈਲ ਕਿੱਥੇ ਲੜੂ, ਸਾਰਾ ਨਕਸ਼ਾ ਪਹਿਲਾਂ ਅੰਗਰੇਜ਼ਾਂ ਕੋਲੇ ਪਹੁੰਚਦਾ। ਤੁਸੀਂ ਸੋਚੋ ਕੋਈ ਸੰਭਾਵਨਾ ਰਹਿ ਜਾਂਦੀ ਹੈ ਜਿੱਤਣ ਦੀ? ਬਿਲਕੁਲ ਨਹੀਂ। ਦੁਸ਼ਮਣ ਨੂੰ ਤਾਂ ਇਹ ਪਤਾ ਤੁਹਾਡਾ ਕਿਹੜਾ ਬੰਦਾ ਕਿੱਥੇ ਖੜਾ ਹੈ। ਸੋ ਇਸ ਕਰਕੇ ਕੱਲਾ ਕੱਲਾ ਨਕਸ਼ਾ ਉਹਦੇ ਕੋਲੇ ਪਹੁੰਚ ਰਿਹਾ, ਅੰਗਰੇਜ਼ਾਂ ਕੋਲੇ। ਸੋ ਬਹੁਤ ਹੀ ਭਿਆਨਕ ਤਰੀਕੇ ਦੀ ਇਹ ਲੜਾਈ, ਔਰ ਬੜੀ ਹੀ ਇਹ ਕਹਿ ਲਓ ਕਿ ਗਦਾਰੀਆਂ ਕਰਨ ਇਹ ਲੜਾਈ ਹਾਰੀ ਗਈ ਹੈ। ਇਹੀ ਅੰਗਰੇਜ਼ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਹਰਾਇਆ ਨਹੀਂ ਜੰਗ ਦੇ ਵਿੱਚ, ਅਸੀਂ ਨੀਤੀਆਂ ਦੇ ਨਾਲ ਹਰਾਇਆ। ਉਹਨਾਂ ਦੀਆਂ ਲੈਟਰ ਪਏ ਨੇ, ਕਿਉਂਕਿ ਉਹ ਫੇਰ ਵੀ ਹਾਰ ਗਏ ਤੇ ਸਿੱਖਾਂ ਦੇ ਇਹੋ ਜਿਹਾ ਕਹਿਰ ਦਾ ਹੱਲਾ ਬੋਲਿਆ ਸੀ, ਉਹ ਹਾਰ ਚੁੱਕੇ ਤੇ, ਔਰ ਰਿਟਰਨ 'ਚ ਮੰਨ ਗਏ। ਤੇ ਉਹਨਾਂ ਦੇ ਜਰਨੈਲਾਂ ਨੇ ਆਪਣੇ ਮੈਡਲ, ਆਪਣੇ ਸਰਟੀਫਿਕੇਟ ਇੰਗਲੈਂਡ ਨੂੰ ਤੋਰਤੇ ਸੀ ਵੀ ਅਸੀਂ ਹਾਰ ਚੁੱਕੇ ਹਾਂ, ਸ਼ਾਇਦ ਕੱਲ੍ਹ ਨੂੰ ਸਿੱਖ ਇਕੱਲੇ ਪੰਜਾਬ 'ਤੇ ਨਹੀਂ ਬਲਕਿ ਪੂਰੇ ਭਾਰਤ 'ਤੇ ਕਾਬਜ਼ ਹੋਣਗੇ, ਕਿਉਂਕਿ ਦਿੱਲੀ ਤੱਕ ਫਤਿਹ ਕਰ ਲੈਣਗੇ, ਸਾਡੇ ਕੋਲ ਰੋਕਣ ਦਾ ਕੋਈ ਸਾਧਨ ਨਹੀਂ। ਪਰ ਇਹਨਾਂ ਡੋਗਰਿਆਂ ਨੇ ਅੱਗੇ ਤੁਰ ਨਹੀਂ ਦਿੱਤਾ। ਸੋ ਇਹ ਕਿਤਾਬ ਨੂੰ ਤੁਸੀਂ ਪੜ੍ਹੋਗੇ ਤਾਂ ਕੱਲਾ ਕੱਲਾ ਅੱਖਰ, ਕੱਲੀਆਂ ਕੱਲੀਆਂ ਲੈਟਰ, ਸਭ ਕੁਛ ਕਿਹਨੇ ਕੀ ਕਿਹਾ, ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆਊਗਾ। ਸੋ ਬਹੁਤ ਕੁਛ ਹੈ ਸਾਡੇ ਵਿਰਸੇ 'ਚ। ਆ ਜਿਹੜੀਆਂ ਲੜਾਈਆਂ ਝਗੜੇ ਨੇ, ਇਹ ਆਪਾਂ ਬਾਅਦ 'ਚ ਨਜਿੱਠ ਲਾਂਗੇ। ਕੌਣ ਮਾੜਾ ਹੈ ਕੌਣ ਚੰਗਾ, ਇਹ ਬਾਅਦ 'ਚ ਦੇਖ ਲਾਂਗੇ। ਪਹਿਲਾਂ ਇਹ ਦੇਖ ਲਓ ਕਿ ਸਾਡੇ ਬਜ਼ੁਰਗ ਕਰਕੇ ਕੀ ਗਏ ਨੇ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਬਾਬਿਆਂ ਦੇ ਕੀਤੇ ਹੋਏ ਕਾਰਨਾਮੇ, ਬਾਬਿਆਂ ਦੀਆਂ ਕੀਤੀਆਂ ਹੋਈਆਂ ਗੱਲਾਂ ਪੁੱਤਰਾਂ ਨੂੰ ਚੰਗੇ ਬਣਨ ਲਈ ਪ੍ਰੇਰਨਾ ਕਰਦੀਆਂ ਨੇ। ਉਹਨਾਂ ਦੇ ਕੀਤੇ ਹੋਏ ਕਾਰਨਾਮੇ ਸਾਡੇ ਅੰਦਰ ਸਭਾਮਾਨ ਭਰਦੇ ਨੇ ਕਿ ਸਾਡੇ ਵਾਲੇ ਆਹ ਕਰ ਗਏ ਅਤੇ ਅਸੀਂ ਕੀ ਕਰ ਰਹੇ ਹਾਂ। ਸਾਨੂੰ ਪਤਾ ਲੱਗਦਾ ਸਾਡੀ ਬੈਕਗਰਾਊਂਡ ਕੀ ਹੈ, ਸਾਡਾ ਇਤਿਹਾਸ ਕੀ ਹੈ। ਹੁਣ ਜਿਨ੍ਹਾਂ ਨੂੰ ਇਤਿਹਾਸ ਨਹੀਂ ਪਤਾ, ਜਿਹੜੇ ਇਤਿਹਾਸ ਨੂੰ ਮੰਨਦੇ ਹੀ ਨਹੀਂ, ਉਹਨਾਂ ਲਈ ਤਾਂ ਕੱਲ੍ਹ ਦਾ ਦਿਨ ਵੀ ਕੁਛ ਨਹੀਂ, ਕਿਉਂਕਿ ਜਿਹੜਾ ਬੀਤ ਗਿਆ ਉਹ ਇਤਿਹਾਸ ਹੁੰਦਾ ਹੈ। ਸੋ ਦੁਨੀਆ ਨੇ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਵੀ ਆਪਣਾ ਸਾਂਭਿਆ ਹੋਇਆ। ਸੋ ਆਪਾਂ ਵੀ ਆਪਣੇ ਵਿਰਸੇ ਨਾਲ, ਆਪਣੇ ਇਤਿਹਾਸ ਨਾਲ ਜੁੜਨਾ ਹੈ। ਸੋ ਗੱਲਾਂ ਬਹੁਤ ਨੇ। ਮੈਂ ਪਹਿਲਾਂ ਵੀ ਕਿਹਾ ਸੀ, ਕਬੀਰ ਨੇ ਮਿਸਲਾਂ ਬਾਰੇ ਵੀ ਗੱਲ ਕੀਤੀ ਸੀ ਕਿ ਮਿਸਲਾਂ ਕਿਵੇਂ ਨੇ। ਉਹ ਆਪਾਂ, ਮੈਨੂੰ ਲੱਗਦਾ ਹਰ ਰੋਜ਼ ਨਹੀਂ, ਜਦੋਂ ਵੀ ਆਪਾਂ ਲਾਈਵ ਹੋਈਏ ਤਾਂ ਇੱਕ ਇੱਕ ਗੱਲ ਤੋਰੀਏ ਅਤੇ ਸ਼ੁਰੂਆਤ ਕਰੀਏ ਗੁਰੂ ਪਾਤਸ਼ਾਹਾਂ ਤੋਂ ਕਿ ਗੁਰੂ ਕੌਣ ਹੈ। ਪਹਿਲੀ ਗੱਲ ਤਾਂ ਇਹ ਬਹੁਤ ਵੱਡੀ ਗੱਲ ਹੈ, ਸਾਨੂੰ ਹਾਲੇ ਤੱਕ ਇਹ ਵੀ ਨਹੀਂ ਪਤਾ ਗੁਰੂ ਕੌਣ ਹੈ। ਦੂਜੀ ਗੱਲ, ਸਾਡੀ ਔਕਾਤ ਨਹੀਂ ਕਿ ਸਾਨੂੰ ਪਤਾ ਹੋਵੇ ਗੁਰੂ ਕੌਣ ਹੈ। ਕੋਈ ਗੱਲ ਨਹੀਂ ਅਵਤਾਰ ਸਿੰਘ ਜੀ, ਜਿੰਨਾ ਕਹੇਗਾ ਆਪਾਂ ਤੁਹਾਨੂੰ ਬਾਅਦ 'ਚ ਵੀ ਸੁਣ ਸਕਦੇ ਹੋ। ਅਤੇ ਤੁਹਾਡੇ ਕੋਲ ਜੇ ਰੇਂਜ ਨਹੀਂ ਆ ਰਹੀ ਤਾਂ ਇਹਦਾ ਹੁਣ ਹੱਲ ਆਪਾਂ ਕਰ ਨਹੀਂ ਸਕਦੇ, ਤਾਂ ਕੁਦਰਤ ਦੀ ਕਰੋਪੀ ਹੈ। ਮੀਂਹ ਕਰਕੇ ਮੈਨੂੰ ਪਹਿਲਾਂ ਪਤਾ ਲੱਗਿਆ ਕਿ ਬਾਰਿਸ਼ ਕਾਫੀ ਪੈ ਰਹੀ ਹੈ। ਚਲੋ ਜਿੰਨਾ ਕੁ ਹੈ ਓਨਾ ਕੁ ਸੁਣੋ, ਬਾਕੀ ਗੱਲਬਾਤ ਆਪਾਂ ਕਰਦੇ ਹਾਂ। ਗੁਰੂ, ਮੈਂ ਇੱਕ ਗੱਲ ਜਿੰਨੀ ਕੁ ਮੈਨੂੰ ਸੋਝੀ ਹੈ ਕਿ ਗੁਰੂ ਆਪਾਂ ਨਹੀਂ ਪਰਖ ਸਕਦੇ, ਆਪਾਂ ਹਾਲਾਤ ਦੇਖ ਸਕਦੇ ਹਾਂ ਵੀ ਗੁਰੂ ਕਿਹਨੂੰ ਕਹਿੰਦੇ ਨੇ। ਗੁਰੂ ਹੈ ਜਿਹੜਾ ਸਾਨੂੰ ਸਹੀ ਰਾਹ ਦਿੰਦਾ, ਸਹੀ ਮਕਸਦ ਦਿੰਦਾ ਜ਼ਿੰਦਗੀ ਦਾ। ਅਤੇ ਉਹਦੇ ਵਿੱਚ ਆਪਾਂ ਇੱਕ ਚੀਜ਼ ਦੇਖੀਏ, ਪੁਰਾਤਨ ਸਮੇਂ ਅਤੇ ਮੌਜੂਦਾ, ਕਿਉਂਕਿ ਗੁਰੂ ਉਦੋਂ ਵੀ ਸੀ ਅਤੇ ਗੁਰੂ ਅੱਜ ਵੀ ਬਣੇ ਬੈਠੇ ਨੇ, ਅਤੇ ਉਦੋਂ ਵੀ ਹੈਗੇ ਸੀ। ਅਤੇ ਫਰਕ ਕੀ ਹੈ ਸੱਚੇ ਗੁਰੂ ਦਾ ਔਰ ਆਮ ਝੂਠੇ ਦਿਖਾਵੇ ਵਾਲੇ ਗੁਰੂਆਂ ਦਾ? ਉਹਦੇ 'ਚ ਫਰਕ ਇਹ ਹੈ ਕਿ ਜਿਹੜਾ ਗੁਰੂ ਹੈ ਉਹ ਜੋ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆ, ਉਹ ਨਾ ਡਰਦਾ ਅਤੇ ਨਾ ਡਰਾਉਂਦਾ। ਗੱਲ ਮਾਰਦੇ ਹਾਂ, ਗੁਰੂ ਨਾਨਕ ਸਾਹਿਬ ਦੇ ਵੇਲੇ ਪਹੁੰਚਦੇ ਹਾਂ। ਜਦੋਂ ਬਾਬਰ ਆਉਂਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਗੱਲ ਕਰਦੇ ਨੇ, ਬਾਬਰ ਦੇ ਨਾਲ ਅੜ ਕੇ ਗੱਲ ਕਰਦੇ ਨੇ। ਉਹਨੂੰ ਪਾਪ ਕੀ ਜੰਝ ਕਹਿੰਦੇ ਨੇ। ਉਹਨੂੰ ਕਹਿੰਦੇ ਨੇ ਤੈਨੂੰ ਤਰਸ ਨਹੀਂ ਆਉਂਦਾ ਬੇਦੋਸ਼ੀਆਂ ਦਾ ਕਤਲੇਆਮ ਕਰਦੇ ਨੂੰ,
ਜੇਲ੍ਹ 'ਚ ਵੀ ਜਾਂਦੇ ਨੇ। ਤੇ ਜਦੋਂ ਪਤਾ ਲੱਗਦਾ ਉਹਨੂੰ ਕਿ ਮੈਂ ਵਾਕਈ ਗੁਨਾਹ ਕਰ ਲਿਆ, ਗੁਰੂ ਪਾਤਸ਼ਾਹ ਦੀਆਂ ਗੱਲਾਂ ਤੇ ਜਦੋਂ ਸੁਣਦਾ ਹੈ ਤੇ ਉਹਨੂੰ ਅਹਿਸਾਸ ਹੁੰਦਾ, ਉਹਦੇ ਅੰਦਰਲਾ ਜਿਹੜਾ ਇਹ ਕਹਿ ਲਓ ਕਿ ਅੰਦਰ ਬੈਠਿਆ ਕਿਸੇ ਕੋਨੇ 'ਚ ਬੈਠਾ ਇਨਸਾਨ ਜਾਗਦਾ ਹੈ ਤਾਂ ਗੁਰੂ ਪਾਤਸ਼ਾਹ ਨੂੰ ਆਜ਼ਾਦ ਕਰਨ ਦੀ ਗੱਲ ਕਰਦਾ। ਤੇ ਦਾਤਾ ਕਹਿੰਦਾ ਮੈਂ ਨਹੀਂ ਜਾਣਾ ਜੇ ਇਹਨਾਂ ਨੂੰ ਨਹੀਂ ਛੱਡਦਾ, ਪਹਿਲਾਂ ਸਾਰਿਆਂ ਨੂੰ ਛੱਡ। ਬੰਦੀ ਛੋੜ, ਪਹਿਲੇ ਬੰਦੀ ਛੋੜ ਸਾਡੇ ਗੁਰੂ ਨਾਨਕ ਪਾਤਸ਼ਾਹ ਬਣੇ ਜਦੋਂ ਸਾਰੀ ਆਮ ਪਬਲਿਕ ਨੂੰ ਛਡਵਾਇਆ। ਸੋ ਇਹ ਹੈ ਗੁਰੂ ਦੀ ਗੱਲ। ਹੁਣ ਅੱਜ ਜਿਹੜਾ ਗੁਰੂ ਹੈ, ਕਦੇ ਤੁਸੀਂ ਸੋਚਿਆ ਵੀ ਉਹ ਕਦੇ ਸਰਕਾਰ ਦੇ ਖਿਲਾਫ ਬੋਲਦਾ ਨਹੀਂ? ਕਦੇ ਬੋਲਿਆ ਕੋਈ ਅੱਜ ਦਾ ਗੁਰੂ? ਕੋਈ ਜ਼ੁਲਮ ਕਰੀ ਜਾਵੇ, ਕੋਈ ਟੈਕਸਾਂ ਨਾਲ ਕਚੂਮਰ ਕੱਢ ਦੇਵੇ, ਕੋਈ ਬੇਗੁਨਾਹਾਂ ਦਾ ਕਤਲੇਆਮ ਕਰ ਦੇਵੇ, ਚਾਹੇ ਬਾਬਰੀ ਮਸਜਿਦ ਨੂੰ ਫਨਾਹ ਕਰ ਦੇਵੇ, ਚਾਹੇ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰ ਦੇਵੇ, ਚਾਹੇ 2.5 ਲੱਖ ਨੌਜਵਾਨਾਂ ਨੂੰ ਖਪਾ ਦੇਵੇ, ਚਾਹੇ ਲਗਾਤਾਰ ਅਰਾਜਕਤਾ ਫੈਲ ਰਹੀ ਹੈ ਤੇ ਬੰਦੇ ਮਾਰੇ ਜਾ ਰਹੇ ਨੇ ਧਰਮ ਦੇ ਨਾਂ ਉੱਤੇ, ਪਰ ਇਹ ਗੁਰੂ ਨਹੀਂ ਬੋਲਦੇ। ਇਹ ਕਹਿੰਦੇ ਜੀ ਅੰਦਰ ਵੜ ਕੇ ਰਾਮ ਰਾਮ ਕਰੋ, ਰੱਬ ਰੱਬ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਕੰਬਲ ਲੈ ਲਓ, ਲੋਈ ਲੈ ਲਓ, ਤੜਕੇ ਉੱਠਿਆ ਕਰੋ, ਬਸ ਆਪੇ ਭਲੀ ਕਰੂ ਕਰਤਾਰ। ਇਹ ਗੁਰੂ ਇਹ ਕਹਿੰਦੇ ਨੇ, ਪਰ ਸਾਡੇ ਵਾਲਾ ਗੁਰੂ ਕਹਿੰਦਾ ਅੜ ਕੇ ਗੱਲ ਕਰੋ ਮੂਹਰੇ। ਸੱਚ ਸੁਣਾਏ ਸੀ ਸੱਚ ਕੀ ਵੇਲਾ, ਸਾਹਮਣੇ ਖੜ ਕੇ ਅੱਖ 'ਚ ਅੱਖ ਪਾ ਕੇ ਗੱਲ ਕਰੋ ਉਹਦੇ। ਨਹੀਂ ਕੁਝ ਕਹਿ ਸਕਦੇ, ਕਰ ਸਕਦੇ, ਘੱਟੋ ਘੱਟ ਆਵਾਜ਼ ਤਾਂ ਉਠਾ ਸਕਦੇ ਹੋ, ਬੋਲ ਤਾਂ ਸਕਦੇ ਹੋ ਨਾ। ਇਹ ਹੈ ਗੱਲ ਗੁਰੂ ਦੀ। ਜੇ ਲੋੜ ਪਈ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਗਟ ਕਰਕੇ ਦਿਖਾਇਆ। ਗੁਰੂ ਅੰਗਦ ਸਾਹਿਬ ਬਾਦਸ਼ਾਹ ਦੇ ਅੱਗੇ ਨਹੀਂ ਝੁਕੇ, ਉਹ ਕਹਿੰਦੇ ਕੋਈ ਗੱਲ ਨਹੀਂ, ਜਿਹੜੀਆਂ ਤਲਵਾਰਾਂ ਮੈਦਾਨੇ ਜੰਗ 'ਚ ਤੇਰੀਆਂ ਨਿਕਲ ਰਹੀਆਂ ਸੀ ਨਾ, ਅੱਜ ਇੱਕ ਫਕੀਰ ਤੇ ਕੱਢ ਕੇ ਕਿਹੜਾ ਬਹਾਦਰ ਬਣਦਾ। ਤੀਜੇ ਪਾਤਸ਼ਾਹ ਕੋਲੇ ਅਕਬਰ ਆਇਆ, ਹਜ਼ੂਰ ਉੱਥੇ ਨਹੀਂ ਝੁਕੇ। ਉਹਨੂੰ ਵੀ ਜੇ ਉਹਨੇ ਦੇਖਿਆ ਕਿ ਬਹੁਤ ਚੰਗਾ ਕੰਮ ਕਰ ਰਹੇ ਨੇ ਤਾਂ ਆਪਦੇ ਲਈ ਤਾਂ ਨਹੀਂ ਕੁਛ ਮੰਗਿਆ। ਇਹ ਤਾਂ ਨਹੀਂ ਕਿਹਾ ਸਾਡੀਆਂ ਸੜਕਾਂ ਪੱਕੀਆਂ ਕਰ ਦਿਓ, ਇਹ ਤਾਂ ਨਹੀਂ ਕਿਹਾ ਸਾਡੇ ਡੇਰੇ ਨੂੰ ਆਹ ਦੇ ਦਿਓ, ਨਾ। ਕੀ ਕਿਹਾ? ਜ਼ਿਮੀਂਦਾਰਾਂ ਦਾ ਕਿਉਂਕਿ ਕਾਲ ਪਿਆ ਹੈ, ਐਤਕੀ ਖੇਤੀ ਨਹੀਂ ਹੋਈ ਜੀ, 1 ਸਾਲ ਦਾ ਟੈਕਸ ਮਾਫ ਕਰ ਦਿਓ ਇਹਨਾਂ ਦਾ। ਲੋਕਾਂ ਲਈ ਮੰਗਿਆ, ਇਹ ਨਹੀਂ ਕਿਹਾ ਲੰਗਰ ਲਈ ਜਗੀਰ ਦੇ ਦਿਓ। ਉਹ ਦੇਣੀ ਚਾਹੁੰਦਾ ਸੀ, ਕਹਿੰਦੇ ਨਾ, ਇਹ ਸਾਡੇ ਲਈ ਨਹੀਂ। ਇਹ ਗੁਰੂ ਦਾ ਲੰਗਰ ਹੈ, ਇਹ ਲੋਕਾਂ ਦਾ ਲੰਗਰ ਹੈ, ਇਹ ਸੰਗਤ ਦਾ ਲੰਗਰ ਹੈ। ਸੰਗਤ ਨੇ ਹੀ ਛਕਣਾ ਹੈ ਤੇ ਸੰਗਤ ਹੀ ਤਿਆਰ ਕਰੂ ਤੇ ਦਸਵੰਧ ਨਾਲੇ ਚੱਲਦਾ ਹੈ, ਸੇਵਾ ਭਾਵਨਾ ਨਾਲ ਚੱਲਦਾ। ਇਹ ਜਗੀਰਾਂ ਨਾਲ ਨਹੀਂ ਚੱਲਦੇ ਲੰਗਰ। ਲੋਕਾਂ ਨੂੰ ਦਿਓ, ਲੋਕਾਂ ਲਈ ਸਤੀ ਪ੍ਰਥਾ, ਬਾਲ ਵਿਆਹ, ਆ ਸਾਰਾ ਕੁਝ ਬੰਦ ਕਰਿਆ। ਆਪਾਂ ਅੱਗੇ ਗੱਲ ਕਰਾਂਗੇ ਅੱਜ, ਕਿਉਂਕਿ ਗੁਰੂ ਦੀ ਗੱਲ ਕਰ ਰਹੇ ਹਾਂ। ਜੇ ਲੋੜ ਪਈ ਗੁਰੂ ਨੂੰ, ਸਮਾਂ ਆਇਆ ਤਾਂ ਤੱਤੀ ਤਵੀ ਦੇ ਉੱਤੇ ਵੀ ਆਸਣ ਲਾ ਲੇ। ਇਹ ਹੈ ਗੁਰੂ। ਜੇ ਲੋੜ ਪਈ, ਜਿਹੜਾ ਜਨੇਊ 9 ਸਾਲ ਦੀ ਉਮਰ 'ਚ ਕਹਿਤਾ ਮੈਂ ਪਾਉਣਾ ਨਹੀਂ, ਪਹਿਲੇ ਜਾਮੇ ਦੇ ਵਿੱਚ 9ਵੇਂ ਜਾਮੇ ਵਿੱਚ ਕਹਿਤਾ ਮੈਂ ਆਹ ਜਨੇਊ ਲੈਣ ਨਹੀਂ ਦੇਣਾ। ਹੈ ਕਮਾਲ ਦੀ ਗੱਲ। ਆਮ ਬੰਦਾ ਸੋਚਦਾ ਵੀ ਪਹਿਲਾ ਤੇ 9ਵਾਂ ਗੁਰੂ ਅਲੱਗ-ਅਲੱਗ ਨੇ, ਅੱਡ-ਅੱਡ ਗੱਲਾਂ ਨੇ ਦੋਵਾਂ ਦੀਆਂ। ਨਾ, ਇੱਕੋ ਹੈ। ਪਹਿਲਾ ਵੀ ਧੱਕੇ ਦੇ ਖਿਲਾਫ ਸੀ ਤੇ 9ਵਾਂ ਵੀ ਧੱਕੇ ਦੇ ਖਿਲਾਫ ਹੈ। ਪਹਿਲੇ ਨੂੰ ਜਦੋਂ ਕਿਹਾ ਵੀ ਜਨੇਊ ਪਾ ਲਾ, ਉਹ ਕਹਿੰਦਾ ਜੇ ਸਾਰੀ ਦੁਨੀਆ ਨਹੀਂ ਪਾ ਸਕਦੀ, ਕਿਉਂਕਿ ਮੈਂ ਇਹਨੂੰ ਵਿਆਖਿਆ ਅਗਲੇ ਵਾਰੀ ਕਰਾਂਗੇ ਜਦੋਂ ਗੁਰੂਆਂ ਦਾ ਜੀਵਨ ਆਪਾਂ ਕਰਾਂਗੇ। ਜੇ ਸਾਰੇ ਨਹੀਂ ਨਾ ਪਾ ਸਕਦੇ ਫੇਰ ਨਹੀਂ ਪਾਣਾ। ਬੀਬੀਆਂ ਨਹੀਂ ਪਾ ਸਕਦੀਆਂ, ਸ਼ੂਦਰ ਨਹੀਂ ਪਾ ਸਕਦੇ, ਫਿਰ ਮੈਂ ਕੀ ਕਰਨਾ? ਸਾਰਿਆਂ ਨੂੰ ਪਾ ਦੇ, ਪਾ ਲਾਂਗੇ। ਤੇ 9ਵਾਂ ਗੁਰੂ ਕਹਿੰਦਾ ਇਹ ਨਹੀਂ, ਧੱਕੇ ਨਾਲ ਨਹੀਂ ਮੈਂ ਲੈਣ ਦਿੰਦਾ। ਇਹ ਧੱਕਾ ਹੈ। ਤੂੰ ਕੌਣ ਹੁੰਦਾ ਫੈਸਲਾ ਕਰਨ ਵਾਲਾ ਕਿ ਮੈਂ ਪੈਣ ਨਹੀਂ ਦੇਣਾ? ਉਹਨਾਂ ਦੀ ਮਰਜ਼ੀ ਹੈ। ਹਾਂ, ਸਮਝਾ ਸਕਦੇ ਹੋ, ਉਹਨਾਂ ਨੂੰ ਅਹਿਸਾਸ ਕਰਾ ਸਕਦੇ ਹੋ ਜੇ ਕਿਤੇ ਗਲਤ ਹੈ, ਫਿਰ ਮੈਂ ਲੈਣ ਨਹੀਂ ਦੇਣਾ। ਉਹ ਕਹਿੰਦੇ ਅਸੀਂ ਲਾਹਾਂਗੇ, ਕਹਿੰਦੇ ਮੈਨੂੰ ਮਨਾ ਲਓ, ਦੇਖ ਲਾਂਗੇ। ਅਨੇਕਾਂ ਤਸੀਹੇ ਦਿੱਤੇ, 3 ਮਹੀਨੇ ਟੌਰਚਰ ਕੀਤਾ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਇਹਨਾਂ ਨੂੰ ਕਿਵੇਂ ਸ਼ਹੀਦ ਕੀਤਾ ਆਪਾਂ ਨੂੰ ਪਤਾ, ਇਹ ਵੀ ਸਾਂਝ ਕਰਾਂਗੇ। 10ਵੇਂ ਗੁਰੂ ਦੀ ਗੱਲ ਆਉਂਦੀ ਹੈ ਤਾਂ ਨੀਹਾਂ ਤੇ ਪਹੁੰਚੀ ਹੈ, ਚਮਕੌਰ ਤੱਕ ਪਹੁੰਚੀ ਹੈ, ਸਾਰਾ ਕੁਝ ਆਪਾਂ ਨੂੰ ਪਤਾ ਹੈ। ਹੁਣ ਸੋਚੋ, ਅੱਜ ਦੇ ਗੁਰੂਆਂ ਦੀ ਗੱਲ ਜਦੋਂ ਫੇਰ ਆਉਂਦੀ ਹੈ ਕਿ ਅੱਜ ਦੇ ਗੁਰੂ ਤੇ ਉਹ ਗੁਰੂਆਂ 'ਚ ਕਿੰਨਾ ਕੁ ਫਰਕ ਹੈ, ਅੱਜ ਦੇ ਸਾਧ ਲਾਣੇ 'ਚ ਤੇ ਉਦੋਂ 'ਚ ਕੀ ਫਰਕ ਹੈ। ਗੁਰੂ ਦਾ ਇਹ ਹੈ ਕਿ ਗੁਰੂ ਹਮੇਸ਼ਾ ਜ਼ੁਲਮ ਦੇ ਖਿਲਾਫ ਬੋਲਦਾ ਹੈ। ਫਿਰ ਉਹਦੇ ਰਾਹ 'ਚ ਚਾਹੇ ਬਾਬਰ ਆਵੇ, ਚਾਹੇ ਅਕਬਰ ਆਵੇ, ਹਮਾਯੂੰ ਆਵੇ, ਜਹਾਂਗੀਰ ਆਵੇ, ਸ਼ਾਹਜਹਾਨ ਆਵੇ, ਤੇ ਚਾਹੇ ਔਰੰਗਜ਼ੇਬ ਵਰਗਾ ਆਵੇ, ਤਾਂ ਗੁਰੂ ਸੱਚ ਬੋਲਣੋਂ ਨਹੀਂ ਹਟਦਾ। ਤੇ ਅੱਜ ਆਪਾਂ ਨਿਗਾਹ ਮਾਰ ਲਈਏ, ਜਿਨ੍ਹਾਂ ਨੂੰ ਆਪਾਂ ਮੰਨਦੇ ਹਾਂ, ਚਾਹੇ ਉਹ ਰਹਿਬਰ ਮੰਨਦੇ ਹਾਂ, ਚਾਹੇ ਗੁਰੂ ਮੰਨਦੇ ਹਾਂ, ਚਾਹੇ ਜੋ ਵੀ ਮੰਨਦੇ ਹਾਂ, ਕਿ ਕੀ ਉਹ ਇਸ ਸੱਚ ਦੀ ਕਸਵੱਟੀ ਤੇ ਉਤਰਦੇ ਨੇ, ਕੀ ਖੜਦੇ ਨੇ, ਕੀ ਉਹਨਾਂ 'ਚ ਇੰਨੀ ਜ਼ੁਰਤ, ਇੰਨੀ ਦਲੇਰੀ ਹੈ ਕਿ ਉਹ
ਜ਼ੁਲਮ ਦੇ ਖਿਲਾਫ ਬੋਲ ਸਕਣ। ਨਹੀਂ, ਤੁਹਾਨੂੰ ਲੱਭਣੀ ਨਹੀਂ। ਲੱਭ ਲਿਓ ਜੇ ਕਿਤੇ ਲੱਭ ਜਾਵੇ, ਕਿਉਂਕਿ ਇਹਨਾਂ ਦਾ ਆਪਣਾ ਹਲਬਾ ਮੰਡਾ ਹੈ। ਅਸੀਂ ਅਸਲ 'ਚ ਗੱਦੀ ਅੱਜ ਵਾਲੀ ਦੇਖ ਕੇ ਨਾ ਉਦੋਂ ਦੀ ਗੱਦੀ ਅੱਜ ਦੇਖਦੇ ਹਾਂ। ਜਿਵੇਂ ਅੱਜ ਦੀ ਗੱਦੀ ਹੈ ਵੀ ਬੜਾ ਨਜ਼ਾਰੇ ਲੈਂਦੇ ਨੇ ਬਾਬੇ, ਤਾਂ ਉਦੋਂ ਸਾਨੂੰ ਅੱਜ ਵਾਲੀ ਗੱਦੀ ਨੂੰ ਦੇਖ ਕੇ ਅਸੀਂ ਗੁਰੂ ਸਾਹਿਬਾਨਾਂ ਦੇ ਵੇਲੇ ਦਾ ਜੀਵਨ ਹੈ ਜਿਹੜਾ ਉਹ ਅੰਦਾਜ਼ਾ ਲਾ ਲਾਨੇ ਆ ਕਿ ਗੁਰੂਆਂ ਦਾ ਜੀਵਨ ਵੀ ਐਂ ਹੋਣਾ, ਸ਼ਾਹੀ ਠਾਠ ਨਜ਼ਾਰੇ ਲੈਂਦੇ ਹੋਣਗੇ ਜਿਵੇਂ ਅੱਜ ਵਾਲੇ ਲੈਂਦੇ ਨੇ। ਮੱਥੇ ਟੇਕੋ, ਪੂਜਾ ਕਰਾਓ ਨਾ। ਉਸ ਵੇਲੇ ਦੀ ਤੱਤੀ ਤਵੀ ਸੀ ਗੱਦੀ। ਉਹ ਨਕਲੀ ਗੁਰੂ ਉਸ ਸਮੇਂ ਦੇ, ਉਹ ਕੁਝ ਹਿਰਦਾ ਆਪਣਾ ਵੱਲ ਕਰੋ, ਇੱਕ ਆਪਣੇ ਹਲਵੇ ਮੰਡੇ ਲਈ ਨਾ ਲੋਕਾਂ ਨਾਲ ਵੱਲ ਛੱਲ ਕਰੋ। ਕੋਈ ਦੇਸ਼ ਦਾ ਮਸਲਾ ਹੱਲ ਕਰੋ, ਭਾਵੇਂ ਅੱਜ ਕਰੋ ਭਾਵੇਂ ਕੱਲ੍ਹ ਕਰੋ। ਜੇ ਗੁਰਗੱਦੀ 'ਤੇ ਬਹਿਣਾ ਏ ਤਾਂ ਲਾਲ ਤਵੀ ਨਾਲ ਗੱਲ ਕਰੋ। ਗੱਦੀ ਦੀ ਕੀਮਤ ਪੁੱਛ ਵੇਖਿਓ ਉਹਨਾਂ ਰੱਤ ਭਿੱਜੀਆਂ ਤਲਵਾਰਾਂ ਤੋਂ, ਚਮਕੌਰ ਤੋਂ ਪੁੱਛੋ ਜਾਂ ਪੁੱਛਿਓ ਸਰਹੰਦ ਦੀਆਂ ਦੀਵਾਰਾਂ ਤੋਂ। ਗੱਦੀ ਇਹ ਤੀ ਸੌਖਾ ਨਹੀਂ। ਆਗੂ ਬਣਨਾ, ਜਿਹੜੇ ਅੱਗੇ ਹੁੰਦੇ ਨੇ ਫਾਹੇ ਲੱਗੇ ਹੁੰਦੇ ਨੇ, ਸੌਖਾ ਨਹੀਂ ਹੁੰਦਾ ਅੱਗੇ ਲੱਗਣਾ। ਐਸ਼ ਕਰਨ ਲਈ ਸਾਰੀ ਦੁਨੀਆ ਅੱਗੇ ਲੱਗਣ ਨੂੰ ਤਿਆਰ ਹੈ। ਜਦੋਂ ਜਹਾਜ਼ ਆਰਾਮ ਨਾਲ ਕੰਢਿਆਂ 'ਤੇ ਪਹੁੰਚ ਰਹੇ ਹੋਣ, ਸਮੁੰਦਰੀ ਜਹਾਜ਼, ਹਰੇਕ ਹੀ ਕਹਿੰਦਾ ਜੀ ਆਪਾਂ ਕੈਪਟਨ ਬਣਨ ਨੂੰ ਤਿਆਰ ਹਾਂ। ਜਦੋਂ ਡੁੱਬ ਰਿਹਾ ਹੋਵੇ, ਜਦੋਂ ਤੂਫਾਨ ਹੋਵੇ ਚਾਰੇ ਪਾਸੇ, ਰਾਹ ਕੋਈ ਨਾ ਦਿਸਦਾ ਹੋਵੇ, ਜਿਵੇਂ ਕੋਲੰਬਸ ਨੇ ਬਿਨਾਂ ਰਸਤਾ ਦੇਖੇ, ਬਿਨਾਂ ਕੋਈ ਜਾਣੇ ਪਛਾਣੇ ਜਹਾਜ਼ ਠੇਲਤੇ ਤੇ ਵੀ ਦੇਖਦੇ ਹਾਂ ਦੁਨੀਆ ਲੱਭ ਕੇ, ਉਹ ਗਿਣਤੀ ਦੇ ਹੁੰਦੇ ਨੇ। ਡੁੱਬ ਰਹੀਆਂ ਬੇੜੀਆਂ ਦੇ ਮਲਾਹ ਹਰੇਕ ਨਹੀਂ ਬਣਦਾ। ਹਾਰ ਰਹੀਆਂ ਫੌਜਾਂ, ਜਦੋਂ ਅੰਗਰੇਜ਼ਾਂ ਨਾਲ ਅਸੀਂ ਲੜ ਰਹੇ ਸੀ, ਕੋਈ ਜਰਨੈਲ ਬਣ ਜਾਂਦਾ ਇਹ ਜਿਹੇ ਵੇਲੇ, ਪਰ ਸਾਡੇ ਵਾਲੇ ਬਣੇ। ਸ਼ਾਮ ਸਿੰਘ ਅਟਾਰੀ ਵਾਲਾ ਬਣਿਆ, ਕਹਿੰਦਾ ਮੈਂ ਆਉਣਾ। ਮੈਨੂੰ ਇਹ ਪਤਾ ਹੈ ਮਹਾਰਾਣੀ ਜਿੰਦਾ ਨੇ ਜਦੋਂ ਜਾ ਕੇ ਉਹਨੂੰ ਵਾਸਤਾ ਪਾਇਆ ਸੀ, ਮਹਾਰਾਣੀ ਜਿੰਦਾ ਨੂੰ ਰੱਜ ਕੇ ਜ਼ਲੀਲ ਕੀਤਾ ਇਤਿਹਾਸਕਾਰਾਂ ਨੇ ਕਿ ਇਹਨੇ ਰਾਜ ਤਬਾਹ ਕਰਵਾਇਆ, ਕਿਉਂਕਿ ਡੋਗਰਿਆਂ ਤੇ ਅੰਗਰੇਜ਼ਾਂ ਦੀ ਨੀਤੀ ਤੀ ਵੀ ਉਹਨੂੰ ਬਦਨਾਮ ਕਰ ਦਿਓ ਸਿੱਖਾਂ 'ਚ। ਪਰ ਸੱਚ ਕਿੰਨਾ ਚਿਰ ਛੁਪਦਾ ਹੈ, ਹੌਲੀ ਹੌਲੀ ਸਾਹਮਣੇ ਆ ਗਿਆ। ਜਦੋਂ ਉਹ ਪਹੁੰਚੀ ਸੀ ਘਰੇ, ਕਿਉਂਕਿ ਇਹ ਸਰਦਾਰ ਮਹਾਰਾਜਾ ਰਣਜੀਤ ਸਿੰਘ ਦਾ ਦੋਸਤ ਵੀ ਸੀ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਉਹਦੀ ਫੌਜ ਦਾ ਜਰਨੈਲ ਵੀ ਸੀ। ਡੋਗਰਿਆਂ ਕਰਕੇ ਉਹਦੇ ਨਾਲ ਰੁੱਸ ਕੇ, ਅਸਤੀਫਾ ਦੇ ਕੇ, ਛੱਡ ਕੇ ਨੌਕਰੀ ਨੂੰ, ਸਿੱਟ ਕੇ ਉਹਦੇ ਦਿੱਤੀ ਹੋਈ ਰੁਤਬੇ ਨੂੰ ਘਰੇ ਆ ਗਿਆ ਤੀ ਕਿ ਜਾ ਤੂੰ ਫਿਰ ਡੋਗਰਿਆਂ ਕੋਲ ਹੀ ਰਹਿ। ਅਤੇ ਜਦੋਂ ਅੱਜ ਘਰੇ ਬੈਠਾ ਅਤੇ ਫੌਜਾਂ ਬਾਰ-ਬਾਰ ਹਾਰ ਰਹੀਆਂ ਨੇ, ਤਾਂ ਜਦੋਂ ਮਹਾਰਾਣੀ ਜਿੰਦਾ ਪਹੁੰਚੀ ਸੀ ਨਾ, ਕਹਿੰਦੀ ਕਿਹਦੇ ਨਾਲ ਰੁੱਸ ਕੇ ਬੈਠਾ ਹੈ? ਜਿਹਨੂੰ ਰੋਸੇ ਦਿਖਾ ਰਿਹਾ ਨਾ, ਉਹ ਕਬਰ 'ਚ, ਉਹ ਮੜੀ 'ਚ ਪਿਆ ਸੁੱਤਾ, ਜਾਂ ਮਾਰ ਲੈ ਟੱਕਰਾਂ ਜਾ ਕੇ। ਉਹ ਤਾਂ ਸੌਂ ਗਿਆ ਸਦਾ ਲਈ। ਹੁਣ ਵੀ ਕੋਈ ਰੋਸਾ ਹੈ? ਮਰਿਆਂ ਨਾਲ ਵੀ ਰੋਸੇ ਹੁੰਦੇ ਨੇ। ਹੁਣ ਤਾਂ ਤੈਨੂੰ ਪੰਜਾਬ ਦਾ ਦਰਦ ਬੁਲਾ ਰਿਹਾ ਹੈ। ਹੁਣ ਤਾਂ ਤੈਨੂੰ ਸਰਕਾਰੇ ਖਾਲਸਾ, ਇਹ ਸਿੱਖ ਕੌਮ ਦਾ ਜੋ ਸਾਡਾ ਬਾਦਸ਼ਾਹੀ ਸੀ, ਸਾਡਾ ਰਾਜ ਸੀ, ਉਹਦਾ ਨਾਮ ਸੀ ਸਰਕਾਰੇ ਖਾਲਸਾ, ਉਹ ਬੁਲਾ ਰਹੇ ਨੇ। ਬਸ ਇਹਨੇ ਉੱਠਿਆ ਸੀ, ਇੱਕੋ ਗੱਲ ਕਹੀ ਸੀ ਫਤਿਹ ਬੁਲਾ ਕੇ ਕਿ ਮੈਂ ਸ਼ਾਇਦ ਰਾਜ ਤਾਂ ਵਾਪਸ ਨਾ ਲਿਆ ਸਕਾਂ, ਪਰ ਕਲੰਕ ਜ਼ਰੂਰ ਧੋ ਦੂੰਗਾ ਜਿਹੜਾ ਮੈਂ ਘਰੇ ਬੈਠਾ ਔਰ ਲੋਕ ਕਹਿੰਦੇ ਨੇ ਕਿ ਸਿੱਖ ਹੁਣ ਲੜ ਨਹੀਂ ਨਾ ਸਕਦੇ। ਚਿੱਟੀ ਘੋੜੀ ਤੇ ਚਿੱਟੇ ਕੱਪੜੇ ਪਾ ਕੇ, ਦਸਤਾਰਾ ਵੀ ਉਹਨਾਂ ਦਾ ਸਫੈਦ ਸੀ, ਪਾ ਕੇ ਨਿਕਲਿਆ ਸੀ, ਔਰ ਇਹ ਅਰਦਾਸ ਕਰਕੇ ਨਿਕਲਿਆ ਸੀ ਕਿ ਜਿਉਂਦਾ ਨਹੀਂ ਆਉਂਦਾ, ਜਾਂ ਜਿੱਤ ਕੇ ਆਉਂ ਜਾਂ ਸ਼ਹੀਦ ਹੋਊਂਗਾ। ਔਰ ਉਹ ਲੜਾਈ ਅੰਗਰੇਜ਼ਾਂ ਦੇ ਇਤਿਹਾਸ ਦੀ ਸਭ ਤੋਂ ਗਹਿ ਗਚ ਔਰ ਖਤਰਨਾਕ ਲੜਾਈ ਦਾ ਰੂਪ ਧਾਰਨ ਕਰ ਗਈ ਸੀ, ਜਿੱਥੇ ਉਹਨਾਂ ਨੂੰ ਬੁਰੀ ਤਰ੍ਹਾਂ ਪੈਰ ਉਖੜੇ। ਪਰ ਮੈਂ ਦੱਸਿਆ ਵੀ ਡੋਗਰਿਆਂ ਦੀ ਗਦਾਰੀ ਨੇ, ਕਿਉਂਕਿ ਉਹਨਾਂ ਨੇ ਦੱਸਤਾ ਸੀ ਵੀ ਸ਼ਾਮ ਸਿੰਘ ਅਟਾਰੀ ਆ ਰਿਹਾ, ਕਿਵੇਂ ਲੜੂਗਾ, ਕਿੱਥੋਂ ਲੜੂਗਾ, ਨਾ ਰਸਦ ਪਾਣੀ ਕੁਛ ਨਹੀਂ ਪਹੁੰਚਾਇਆ ਸੀ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਸਮੇਂ 'ਤੇ ਸੱਚ ਬੋਲਦਾ, ਸਮੇਂ 'ਤੇ ਖੜਦਾ, ਅਸਲ ਉਹ ਹੈ। ਕਿਉਂਕਿ ਗੱਲਾਂ ਨਾਲ ਨਹੀਂ ਕਿਸੇ ਦੀ ਬਣੀ ਵੱਡੀ, ਗੱਲਾਂ ਕਿਸੇ ਨੇ ਸੁਣਨੀਆਂ ਕਹਿਣੀਆਂ ਨੇ, ਤੇਗਾਂ ਸੂਲੀਆਂ ਫਾਂਸੀਆਂ ਚਰਖੀਆਂ ਤੋਂ ਅੰਤ ਸਮੇਂ ਸ਼ਹਾਦਤਾਂ ਲੈਣੀਆਂ ਨੇ, ਗਵਾਹੀਆਂ ਤਾਂ ਉੱਥੇ ਹੋਣੀਆਂ ਨੇ। ਸੋ ਲੋੜ ਹੈ ਆਪਾਂ ਨੂੰ ਇਹਨਾਂ ਗੱਲਾਂ ਨੂੰ ਸਮਝਣ ਦੀ। ਜਿਹੜਾ ਵੀ ਹਾਂਜੀ ਅੰਗਰੇਜ਼ ਸਿੰਘ ਜੀ, ਮਹਾਰਾਣੀ ਜਿੰਦਾਂ ਦਾ, ਪਰ ਤੁਸੀਂ ਜਦੋਂ ਪੜ੍ਹੋਗੇ ਨਾ, ਸ਼ਾਹ ਮੁਹੰਮਦ ਵਰਗੇ ਵੀ ਟਪਲਾ ਖਾ ਗਏ। ਸ਼ਾਹ ਮੁਹੰਮਦ ਨੇ ਵੀ ਜਿਹੜਾ ਜੰਗਨਾਮਾ ਲਿਖਿਆ ਸਿੰਘਾਂ ਤੇ ਅੰਗਰੇਜ਼ਾਂ ਦਾ, ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ। ਸੇਵਾ ਮੇਵਾ ਸਿੰਘ ਤੇ ਮਾਘੇਗਾ ਹੋਏ ਸਿੱਧੇ, ਹਾਲੇ 3 ਫਰੰਗੀ ਦੇ ਤੋੜ ਦਿੱਤੇ। ਉਹ 'ਚੋਂ ਲਿਖਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਹੁਣ ਇੱਥੋਂ ਹੀ ਪਤਾ ਲੱਗਦਾ ਇੱਕ ਤਾਂ ਕਿ ਹਿੰਦੁਸਤਾਨ ਅੱਡ ਸੀ ਅਤੇ ਪੰਜਾਬ ਅੱਡ ਸੀ। ਲੜਾਈ ਕਿਹਦੀ ਹੋਈ? ਹਿੰਦੁਸਤਾਨ ਅਤੇ ਪੰਜਾਬ ਦੀ, ਜਿਹਦੇ ਵਿੱਚ ਸਾਰੇ ਹਿੰਦੁਸਤਾਨ ਦੇ ਰਾਜੇ ਮਹਾਰਾਜੇ,
ਅੰਗਰੇਜ਼ਾਂ ਦੇ, ਕਿਉਂਕਿ ਉਹ ਸਾਰੇ ਮਿਲ ਕੇ ਆਏ ਤੇ ਬਹੁਤ ਵੱਡੀ ਫੌਜ ਤੀ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨਹੀਂ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨਹੀਂ। ਸਣੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਡਿੱਗਦੇ ਸਣੇ ਅੰਬਾਰੀਆਂ ਨਹੀਂ। ਸ਼ਾਹ ਮੁਹੰਮਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ। ਉਹ ਹਾਰੇ ਨੇ, ਜਿੱਤ ਕੇ ਹਾਰੇ ਨੇ। ਕਮਾਲ ਦੀ ਗੱਲ ਨਹੀਂ। ਸੋ ਕਹਿਣ ਦਾ ਭਾਵ ਕੀ ਹੈ ਕਿ ਮਹਾਰਾਣੀ ਜਿੰਦਾਂ ਨੂੰ ਬਦਨਾਮ ਕੀਤਾ ਰਚ ਕੇ, ਤਾਂ ਕਿ ਇਹ ਕਿਰਦਾਰ ਲੋਕਾਂ ਦੇ ਜੀਵਨ ਦੂਰ ਕੀਤੇ, ਜਿਵੇਂ ਬੰਦਾ ਸਿੰਘ ਬਹਾਦਰ ਨੂੰ ਪਹਿਲਾਂ ਕੀਤਾ। ਸਾਡਾ ਪਹਿਲਾ ਯੋਧਾ, ਜਿਹਦੇ ਵਰਗਾ ਦੁਨੀਆ 'ਚ ਔਰ ਸਿੱਖ ਇਤਿਹਾਸ 'ਚ ਦੂਜਾ ਯੋਧਾ ਨਹੀਂ ਲੱਭ ਸਕਦਾ। ਇਹ ਆਪਾਂ ਜ਼ਿਕਰ ਅੱਗੇ ਜਾ ਕੇ ਕਰਾਂਗੇ। ਹਰੀ ਸਿੰਘ ਨਲਵਾ, ਮਹਾਰਾਜਾ ਰਣਜੀਤ ਸਿੰਘ, ਇਹਨਾਂ ਨੂੰ ਦੁਨੀਆ ਨੇ ਸਰਬੋਤਮ ਮੰਨਿਆ। ਹਾਂਜੀ, ਸੋਹਣ ਸਿੰਘ ਸੀਤਲ ਜੀ ਨੂੰ ਜਿੰਨਾ ਤੁਸੀਂ ਪੜ੍ਹੋਗੇ, ਕਿਉਂਕਿ ਮੈਂ ਇਸ ਗੱਲੋਂ ਹੈਰਾਨ ਹਾਂ, ਜਿਹੜਾ ਅੱਜ ਬਹੁਤ ਹੀ ਇਹ ਕਹਿ ਲਓ ਲੇਟੈਸਟ ਪ੍ਰਚਾਰਕ, ਭਾਵੇਂ ਭਾਈ ਰਣਜੀਤ ਸਿੰਘ ਢੱਡਰੀ ਵਾਲੇ ਨੇ, ਮਿਸ਼ਨਰੀ ਨੇ ਜਾਂ ਹੋਰ ਨੇ, ਜਿਹੜਾ ਲੇਟੈਸਟ ਪ੍ਰਚਾਰ ਕਰ ਰਹੇ ਨੇ, ਉਦੋਂ ਵੀ ਅੱਗੇ ਦੀਆਂ ਗੱਲਾਂ ਸੋਹਣ ਸਿੰਘ ਸੀਤਲ ਜੀ ਆਪਣੀਆਂ ਕਿਤਾਬਾਂ 'ਚ ਪਹਿਲਾਂ ਹੀ ਲਿਖ ਚੁੱਕੇ ਨੇ, ਔਰ ਲਿਖਿਆ ਸਾਡੀ ਬੋਲੀ 'ਚ। ਜਾਣੀ ਕਿ ਤੁਸੀਂ ਪੜ੍ਹੋਗੇ ਤਾਂ ਐਂ ਲੱਗਦਾ ਜਿਵੇਂ ਗੱਲਾਂ ਕਰ ਰਹੇ ਹਾਂ, ਔਖੀ ਸ਼ਬਦਾਵਲੀ ਨਹੀਂ ਹੈਗੀ। ਅਤੇ ਜਦੋਂ ਜਿਹੜਾ ਵੀ ਤੁਸੀਂ ਪੜ੍ਹਨਾ ਚਾਹੁੰਦੇ ਹੋ ਕੁਛ, ਇਹ ਸਮਝ ਲਓ ਵੀ 80% ਤੁਹਾਡਾ ਕਵਰ ਹੋ ਜਾਊਗਾ, ਜਿਹੜਾ ਕਿ ਤੁਸੀਂ ਜਾਣਨਾ ਚਾਹੁੰਦੇ ਹੋ, ਚਾਹੇ ਇਤਿਹਾਸ ਬਾਰੇ, ਚਾਹੇ ਸਾਡੇ ਆਹ ਦੁਖਾਂਤ ਬਾਰੇ। ਉਹਨਾਂ ਦੀਆਂ ਕਵਿਤਾਵਾਂ ਦੀਆਂ ਅਲੱਗ ਨੇ, ਇਤਿਹਾਸ ਦੀਆਂ ਅੱਡ ਨੇ, ਦੋਨਾਂ 'ਚ ਫਰਕ ਵੀ ਹੈ। ਇੱਕ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗੂ ਕਵਿਤਾ ਕੀ ਹੈ ਔਰ ਹਿਸਟਰੀ ਕੀ ਹੈ। ਕਵਿਤਾ ਦੇ ਵਿੱਚ ਇੱਕ ਵੇਗ ਹੁੰਦਾ, ਇੱਕ ਰਵਾਨਗੀ ਹੁੰਦੀ ਹੈ, ਉਹਦੇ 'ਚ ਉਹ ਕੁਛ ਗੱਲਾਂ ਜੋਸ਼ ਦੀਆਂ ਬਲਬਲੇ ਨੂੰ ਭਰਨ ਦੇ ਲਈ, ਜਿਹੜੀਆਂ ਕਿ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਆਹ ਤਾਂ ਜੀ ਗੱਲ ਮੰਨਣ ਯੋਗ ਨਹੀਂ ਲੱਗਦੀ, ਉਹ ਕਵਿਤਾ ਹੈ। ਕਵਿਤਾ ਦੇ ਵਿੱਚ ਇਤਿਹਾਸ ਨਹੀਂ ਹੁੰਦਾ, ਇੱਕ ਵੇਗ, ਇੱਕ ਰਵਾਨਗੀ, ਇੱਕ ਬਲਬਲਾ ਹੁੰਦਾ ਹੈ। ਇਤਿਹਾਸ ਸਾਰਾ ਕੁਛ ਕਸਵੱਟੀ ਤੇ ਪਰਖ ਕੇ ਲਿਖਿਆ ਜਾਂਦਾ ਹੈ। ਸੋ ਇਹਨਾਂ ਗੱਲਾਂ ਨੂੰ ਥੋੜ੍ਹਾ ਜਿਹਾ ਆਪਾਂ ਅਲੱਗ-ਅਲੱਗ ਕਰਕੇ ਰੱਖਿਓ, ਤਾਂ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਹੈ। ਜਦੋਂ ਸੀਤਲ ਨੂੰ ਪੜ੍ਹੋਗੇ, ਜਾਣੋਗੇ। ਕਿਤਾਬਾਂ ਹੋਰ ਵੀ ਬਹੁਤ ਨੇ, ਪਰ ਮੈਂ ਤੁਹਾਨੂੰ ਬਾਰ-ਬਾਰ ਸੀਤਲ ਦੀ ਗੱਲ ਕਿਉਂ ਕਰ ਰਿਹਾ, ਕਿਉਂਕਿ ਇਹ ਤੁਹਾਡੇ ਆਪਣੇ ਸਾਰਿਆਂ ਦੇ, ਮੈਂ ਵਿੱਚਾਂ ਤੁਹਾਡੇ ਆਪਣੇ ਸਾਰਿਆਂ ਦੇ ਸਮਝ ਆਉਂਦੀਆਂ ਨੇ, ਸਿੱਧੀਆਂ ਅਪੀਲ ਕਰਦੀਆਂ ਨੇ ਆਪਾਂ ਨੂੰ। ਐਂ ਲੱਗਦਾ ਵੀ ਅਸੀਂ ਗੱਲਾਂ ਕਰ ਰਹੇ ਹਾਂ, ਸੁਣ ਰਹੇ ਹਾਂ, ਔਰ ਉਸ ਥਾਂ 'ਤੇ ਪਹੁੰਚ ਜਾਂਦੇ ਹਾਂ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝੀਏ, ਪੜ੍ਹੀਏ। ਮੈਨੂੰ ਲੱਗਦਾ ਟਾਈਮ ਕਾਫੀ ਹੋ ਗਿਆ, ਇੰਨਾ ਕਿ ਬਹੁਤ ਹੁੰਦਾ ਹੈ ਜਿੰਨੀ ਕੁ ਗੱਲਬਾਤ ਹੋਊਗੀ। ਤਾਂ ਜੇ ਕੋਈ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਉਹ ਕੁਐਸਚਨ ਕਰ ਦਿਆ ਕਰੋ, ਜਿੰਨੀ ਕੁ ਮੈਨੂੰ ਸਮਝ ਹੈ, ਜਿੰਨੀ ਕੁ ਨੌਲੇਜ ਹੈ। ਭਾਵੇਂ ਚੱਲਦੇ ਚੱਲਦੇ ਜੇ ਪਤਾ ਹੋ, ਪ੍ਰੋਪਰਲੀ ਪਤਾ ਹੋ ਤਾਂ ਮੈਂ ਗੱਲ ਕਰੂੰ, ਨਹੀਂ ਆਪਾਂ ਕਹਿ ਦਾਂਗੇ ਵੀ ਅਗਲੀ ਵਾਰੀ ਉਸ ਚੀਜ਼ ਨੂੰ ਆਪਾਂ ਗੱਲ ਕਰਾਂਗੇ। ਸੋ ਉਮੀਦ ਹੈ ਕਿ ਇਹਨਾਂ ਗੱਲਾਂ ਨੂੰ ਆਪਾਂ ਸਮਝਾਂਗੇ। ਅਤੇ ਜਿਹੜੀਆਂ ਕਿਤਾਬਾਂ ਦੀ ਗੱਲ ਆਪਾਂ ਕਰਦੇ ਹਾਂ, ਬੁੱਕਸ ਦੀ ਗੱਲ ਕਰਦੇ ਹਾਂ, ਭਾਰਤੀ ਲੋਕ ਨੀਚ ਕਿਵੇਂ ਬਣੇ, ਉਹਦੀ PDF ਮੇਰੇ ਕੋਲ ਪਹੁੰਚ ਚੁੱਕੀ ਹੈ। ਅੰਗਰੇਜ਼ ਸਿੰਘ ਨੂੰ ਤਾਂ ਸੈਂਡ ਕਰਤੀ ਸੀ। ਸੋ ਉਹ ਕਿਤਾਬ ਬਹੁਤ ਮੋਟੀ ਹੈ, ਭਾਵੇਂ 800-900 ਪੰਨੇ ਦੀ ਹੈ, ਪਰ ਬਹੁਤ ਕੁਝ ਸਮਝਿਆ। ਜਿਨ੍ਹਾਂ ਕੋਲ ਟਾਈਮ ਹੈ ਉਹ ਤੁਸੀਂ ਪੜ੍ਹ ਸਕਦੇ ਹੋ। ਅਤੇ ਮੇਰੇ ਵੀਰਾਂ ਨੇ ਜਿਨ੍ਹਾਂ ਨੇ ਕੁਛ ਪੜ੍ਹਿਆ ਹੈ, ਕੋਈ ਕਿਤਾਬ ਸ਼ੁਰੂ ਕੀਤੀ ਹੈ, ਉਹ ਵੀ ਦੱਸਿਆ ਕਰੋ ਕਿ ਆਪਾਂ ਆਹ ਕਿਤਾਬ ਸ਼ੁਰੂ ਕੀਤੀ ਹੋਈ ਹੈ, ਚਾਹੇ ਇੱਕ ਪੇਜ ਪੜ੍ਹੀਏ, ਸ਼ੁਰੂ ਤਾਂ ਕਰੀਏ ਨਾ। ਤਾਂ ਉਹ ਵੀ ਆਪਾਂ ਸਾਂਝ ਕਰੀਏ, ਕਿਹੜੀ ਕਿਤਾਬ 'ਚ ਕਈ ਵਾਰੀ ਕੋਈ ਚੰਗੀ ਲੱਗਦੀ ਹੈ। ਹੋ ਸਕਦਾ ਮੇਰੇ ਕੋਲੋਂ ਨਾ ਉਹ ਤੁਹਾਨੂੰ ਦੱਸੀ ਗਈ ਹੋਵੇ, ਤੁਸੀਂ ਉਹ ਦੱਸਿਓ। ਮੰਗਾ ਅਟਾਲ ਜਿਹੜੇ ਨਾਲ ਆਪਣੇ ਪਹਿਲਾਂ ਲਾਈਵ ਸੀਗੇ, ਉਹਨਾਂ ਦੀ ਵੀ ਕਿਤਾਬ ਹੈ, ਉਹ ਦੁਨੀਆਦਾਰੀ 'ਤੇ ਉਹਨਾਂ ਦੀ ਆਪਣੀ ਜ਼ਿੰਦਗੀ 'ਤੇ ਆਧਾਰਿਤ ਹੈ, ਕਿ ਕਿਵੇਂ ਇੱਕ ਨਸ਼ੇ ਨੂੰ ਵਰਤ ਕੇ ਗਲਤ ਰਾਹ 'ਤੇ ਪੈ ਕੇ ਜ਼ਿੰਦਗੀ ਬਰਬਾਦ ਕੀਤੀ। ਇੱਕ ਸਪੋਰਟਸਮੈਨ ਕਿਵੇਂ ਗਲਤ ਰਾਹ 'ਤੇ ਗਿਆ, ਉਹ ਸਾਰਾ ਕੁਛ ਉਹਨੇ ਬਿਆਨ ਕੀਤਾ। ਉਹ ਸਮਾਜਿਕ ਕਿਤਾਬਾਂ ਨੇ, ਸਾਨੂੰ ਜ਼ਿੰਦਗੀ 'ਚ ਸੇਧ ਦੇਣ ਵਾਲੀਆਂ ਨੇ। ਹਾਂਜੀ, ਅੰਗਰੇਜ਼ ਸਿੰਘ ਜੀ ਕਹਿੰਦੇ ਨੇ ਕਿ ਮੈਂ ਭਾਰਤੀ ਲੋਕ ਨੀਚ ਕਿਵੇਂ ਬਣੇ ਪੜ੍ਹ ਰਿਹਾ, ਉਹਦੇ 'ਚ ਵੀ ਬਹੁਤ ਕੁਛ ਬਹੁਤ ਵੱਡਾ ਲਿਖਿਆ ਹੋਇਆ। ਅਤੇ ਗੱਲ ਇਹ ਹੈ ਕਿ ਆਪਾਂ ਨੂੰ ਸਮਝ ਆਉਂਦੀ ਹੈ। ਅਤੇ ਗੁਰਬਾਣੀ ਤਾਂ ਸਾਡਾ ਮਹਾਂ ਗਿਆਨ ਅਤੇ ਮਹਾਂ ਚਾਨਣ ਹੈ। ਜਿਹੜਾ ਵੀ ਸੱਜਣ ਗੁਰਮਤ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣਾ ਚਾਹੁੰਦਾ ਹੈ, ਉਹਨੂੰ ਇਹ ਦੇਖਣਾ ਚਾਹੁੰਦਾ ਹੈ ਕਿ ਕਿਉਂਕਿ ਅਸੀਂ ਲੋਕਾਂ ਤੋਂ ਸੁਣੀ ਜਾਂਦੇ ਹਾਂ, ਸਿੱਖੀ ਆਹ ਹੈ, ਸਿਧਾਂਤ ਆਹ ਨੇ, ਸਿੱਖੀ ਆਹ ਹੈ, ਸਿਧਾਂਤ ਆਹ ਨੇ। ਯਾਰ ਗੁਰੂ ਤੋਂ ਹੀ ਪੁੱਛ ਲਈਏ ਆਪਾਂ ਵੀ ਗੁਰੂ ਕੀ ਹੈ। ਹਾਂਜੀ, ਕੋਸ਼ਿਸ਼ ਕਰਦੇ ਹਾਂ ਵੀ ਕੱਲ੍ਹ ਨੂੰ ਵੀ ਸੇਮ ਟਾਈਮ ਜੇ ਆਪਾਂ ਹੋ ਸਕੀਏ। ਗੁਰੀ ਘੱਗਾ ਬਾਈ, ਕੋਸ਼ਿਸ਼ ਕਰਦੇ ਹਾਂ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ, ਜੇ ਆਪਾਂ ਉਹਨਾਂ ਨੂੰ ਪੁੱਛ ਲਈਏ ਨਾ, ਮੈਨੂੰ ਲੱਗਦਾ ਹੈ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ। ਉਹਦੇ ਲਈ
ਸ਼ੁਰੂਆਤ ਹੈ ਜਿਹੜੀ ਸਾਨੂੰ ਸਮਝਣ ਦੀ ਪ੍ਰੋਫੈਸਰ ਸਾਹਿਬ ਸਿੰਘ ਜੀ ਡੀਲਿਟ ਜਿਨ੍ਹਾਂ ਨੇ ਵਿਆਖਿਆ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ। ਉਹ ਵੀ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਹੂਬਹੂ ਮੰਨ ਲਓ, ਤੁਹਾਨੂੰ ਪਤਾ ਲੱਗ ਜਾਊਗਾ ਪੜ੍ਹ ਕੇ ਉਹਨਾਂ ਦੀ ਵਿਆਖਿਆ ਨੂੰ ਵੀ ਗੁਰਬਾਣੀ ਨੂੰ ਸਮਝਣ ਦਾ ਤਰੀਕਾ ਕੀ ਹੈ। ਕਿਉਂਕਿ ਪਹਿਲਾਂ ਆਮ ਤੌਰ 'ਤੇ ਇਹ ਸਮਝਿਆ ਜਾਂਦਾ ਸੀ ਕਿ ਗੁਰਬਾਣੀ 'ਚ ਬਹੁਤ ਕੁਝ ਇੱਕ ਦੂਜੇ ਦੇ ਉਲਟ ਵੀ ਲਿਖਿਆ ਹੋਇਆ। ਮੈਂ ਇੱਕ ਦੋ ਐਗਜ਼ਾਮਪਲਾਂ ਦਿੰਦਾ ਤੁਹਾਨੂੰ ਬਾਣੀ 'ਚੋਂ। ਉਹਦੇ 'ਚ ਕੀ ਹੈ, ਗੁਰਬਾਣੀ 'ਚ ਕਈ ਸ਼ਬਦ ਆਉਂਦੇ ਨੇ, ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਈ, ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ। ਹੁਣ ਜੇ ਗੱਲ ਇੱਥੇ, ਇਹ ਗੱਲ ਭਾਵੇਂ ਸੰਪੂਰਨ ਹੈ, ਬਾਬਾ ਫਰੀਦ ਜੀ ਪੂਰੀ ਕੰਪਲੀਟ ਗੱਲ ਕਹਿ ਗਏ ਨੇ ਕਿ ਜਿਹੜੇ ਭਗਤ ਹੁੰਦੇ ਨੇ ਰੱਬ ਦੇ ਨਾ, ਉਹਨਾਂ ਦੇ ਸਰੀਰ 'ਚ ਖੂਨ ਨਹੀਂ ਹੁੰਦਾ। ਜੇ ਕੋਈ ਚੀਰ ਕੇ ਵੀ ਦੇਖੇ ਤਾਂ ਰੱਤ ਦਾ ਰੱਤੀ ਭਰ ਨਹੀਂ ਨਿਕਲਦਾ। ਹੁਣ ਇਹਦੀ ਵਿਆਖਿਆ ਐਂ ਨਿਕਲਣ ਦੀ, ਸਾਡੇ ਵਾਲੇ ਸਾਧ ਲਾਣੇ ਨੇ ਤਾਂ ਵਿਆਖਿਆ ਦੀ ਨੇਰੀ ਲਿਆ ਦੇਣੀ ਤੀ ਵੀ ਜਦੋਂ ਭਾਈ ਮਤੀ ਦੱਸਦੇ ਸਿਰ ਤੇ ਆਰਾ ਚੱਲਿਆ ਨਾ ਜੀ, ਦੇਖ ਲਓ ਰੱਤੇ ਨਹੀਂ ਨਿਕਲਿਆ, ਕਿਉਂਕਿ ਗੁਰਮੁਖਾਂ ਦੇ ਤਾਂ ਰੱਤ ਹੁੰਦਾ ਹੀ ਨਹੀਂ, ਕਿਉਂਕਿ ਸਾਡੀ ਸੋਚ ਹੀ ਨਹੀਂ ਇੰਨੀ। ਸਾਨੂੰ ਥੋੜ੍ਹੀ ਪਤਾ ਵੀ ਗੁਰੂ ਬਾਦਸ਼ਾਹ ਕਹਿੰਦੇ ਕੀ ਨੇ, ਇੰਨੀ ਅਕਲ ਕਿੱਥੇ ਸਾਡੇ ਕੋਲੇ। ਹੁਣ ਇਸ ਗੱਲ ਦਾ ਮੇਰੇ ਦਾਤਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪਤਾ ਸੀ ਕਿ ਕਿਤੇ ਆ ਭੁਲੇਖਾ ਨਾ ਪੈ ਜੇ ਇਹਨਾਂ ਨੂੰ। ਗੁਰੂ ਅਮਰਦਾਸ ਸਾਹਿਬ ਨੂੰ ਪਤਾ ਸੀ ਨਾ ਗੱਲਾਂ ਦਾ, ਗੁਰੂ ਅਰਜਨ ਸਾਹਿਬ ਐਡ ਕਰਕੇ ਗਏ ਨੇ। ਤੇ ਜਦੋਂ ਲਿਖਦੇ ਨੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਜਾਮੇ ਦੇ ਵਿੱਚ ਲਿਖਦੇ ਨੇ, ਫਰੀਦਾ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਕਹਿੰਦੇ ਤਾਂ ਸਰੀਰ ਸਾਰੇ ਖੂਨ ਦਾ ਬਣਿਆ ਹੋਇਆ। ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਲੋਭ ਰਤ ਨਾ ਹੋਏ, ਭੈ ਭਿਆ ਤਨ ਤਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਵੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਹੁਣ ਇੱਥੇ ਗੱਲ ਕਲੀਅਰ ਕਰਤੀ, ਜਿਹਨੂੰ ਬਾਬਾ ਫਰੀਦ ਜੀ ਨੇ ਵੀ ਸੇਮ ਹੀ ਕਿਹਾ, ਗੱਲ ਸਾਡੀ ਸਮਝਣ ਦੀ ਸੀ। ਰਤ ਕਿਹਨੂੰ ਕਿਹਾ? ਲੋਭ ਦਾ ਖੂਨ, ਲਾਲਚ ਦਾ ਖੂਨ। ਜਿਵੇਂ ਸਾਡੇ ਮੁਹਾਵਰੇ ਨਹੀਂ ਬਣੇ, ਫਲਾਣੇ ਦਾ ਤਾਂ ਖੂਨ ਭਾਈ ਚਿੱਟਾ ਹੋ ਗਿਆ। ਹੁਣ ਖੂਨ ਚਿੱਟਾ ਤਾਂ ਨਹੀਂ ਹੁੰਦਾ, ਰਹਿੰਦਾ ਤਾਂ ਲਾਲ ਹੈ। ਇਹਦਾ ਮਤਲਬ ਹੁੰਦਾ, ਇਹ ਮੁਹਾਵਰੇ ਨੇ ਜਿਹੜੇ ਗੁਰੂ ਪਾਤਸ਼ਾਹ ਨੇ ਵਰਤੇ ਨੇ ਬਾਣੀ ਦੇ ਵਿੱਚ। ਤੇ ਇਹ ਚੀਜ਼ਾਂ ਸਾਨੂੰ ਸਮਝ ਆਉਣਗੀਆਂ ਭਗਤ ਧੰਨਾ ਜੀ ਦਾ। ਕਹਿੰਦੇ ਜੀ ਪੱਥਰ ਚੋਂ ਪਾ ਲਿਆ, ਤੇ ਸਾਡੇ ਪ੍ਰਚਾਰਕ ਸਟੇਜਾਂ ਤੇ ਆਮ ਸੁਣਾਉਂਦੇ ਰਹੇ ਨੇ। ਹੁਣ ਗੁਰਬਾਣੀ ਕਹਿ ਰਹੀ ਹੈ ਵੀ ਨਹੀਂ ਪਾਇਆ ਜਾ ਸਕਦਾ। ਤੇ ਇੱਕ ਢਾਡੀ ਵੀ ਮੈਂ ਸੁਣੇ ਸੀ, ਅਵਤਾਰ ਸਿੰਘ ਜੀ ਨੂੰ ਪਤਾ ਇਹ ਗੱਲ ਦਾ, ਕਿਉਂਕਿ ਉਹ ਢਾਡੀ ਨੇ ਔਰ ਉਹਨਾਂ ਨੇ ਵੀ ਉਸ ਚੀਜ਼ ਨੂੰ ਸੁਣਿਆ। ਉਹ ਸਟੇਜ ਤੇ ਕਹਿ ਰਿਹਾ ਸੀ, ਕਹਿੰਦਾ ਦੇਖੋ ਜੀ ਗੁਰਬਾਣੀ ਨਹੀਂ ਮੰਨਦੀ ਕਿ ਪੱਥਰ ਚੋਂ ਰੱਬ ਪਾਇਆ ਜਾ ਸਕਦਾ ਹੈ, ਪਰ ਆ ਫਿਰ ਸਾਡੇ ਧੰਨੇ ਨੇ ਕਹਿੰਦਾ ਪਾ ਲਿਆ ਨਾ, ਨਾਲੇ ਕਹਿ ਰਿਹਾ ਕਹਿੰਦਾ ਪਾ ਕੇ ਦਿਖਾਤਾ। ਇਹ ਅਸੀਂ ਇਸ ਲੈਵਲ ਤੇ ਖੜੇ ਸੀ। ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਉਹਨਾਂ ਚੀਜ਼ਾਂ ਨੂੰ ਬੜੇ ਕਮਾਲ ਦੇ ਢੰਗ ਨਾਲ ਪੇਸ਼ ਕਰਕੇ ਸਾਡੇ ਸਾਹਮਣੇ ਦੱਸਿਆ ਵੀ ਅਸਲੀਅਤ ਕੀ ਹੈ। ਹੁਣ ਭਗਤ ਧੰਨਾ ਜੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਾਨੂੰ ਪਤਾ ਕਿੱਥੋਂ ਲੱਗੂ ਫਿਰ ਪਾਇਆ ਕਿਵੇਂ ਉਹਨਾਂ ਨੇ? ਸਾਖੀਆਂ ਤਾਂ ਅਸੀਂ ਸੁਣ ਲਈਆਂ, ਕਿਵੇਂ ਪਤਾ ਲੱਗੂ? ਪਤਾ ਵੀ ਗੁਰੂ ਗ੍ਰੰਥ ਸਾਹਿਬ ਚੋਂ ਲੱਗੂ। ਇਹ ਸਾਖੀ ਉਸ ਵੇਲੇ ਵੀ ਪ੍ਰਚਲਿਤ ਹੋ ਚੁੱਕੀ ਸੀ, ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ। ਤੇ ਉਹਨਾਂ ਨੂੰ ਪਤਾ ਸੀ ਵੀ ਇਹ ਕਿਸ ਲੈਵਲ ਤੇ ਔਰ ਕਿਹਨੇ ਪ੍ਰਚਾਰੀ ਹੈ। ਉਹਨਾਂ ਨੇ ਜਦੋਂ ਬਾਣੀ ਦੀ ਤਰਤੀਬ ਨੂੰ, ਕਿਉਂਕਿ ਤੁਸੀਂ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਨੂੰ ਪੜ੍ਹੋਗੇ ਨਾ, ਬਾਣੀ ਦੀ ਤਰਤੀਬ ਪਤਾ ਲੱਗਣੀ ਹੈ ਕਿ ਲਿਖਿਆ ਕਿਵੇਂ ਉਹਨਾਂ ਨੇ, ਕਿਸ ਢੰਗ ਨਾਲ ਗੁਰੂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੰਪਾਦਨ ਕੀਤਾ। ਪਹਿਲੇ ਗੁਰੂ ਪਾਤਸ਼ਾਹ ਦੀ ਬਾਣੀ, ਦੂਜੇ ਤੀਜੇ, ਫਿਰ ਭਗਤਾਂ ਦੀ ਸੀਕੁਐਂਸ ਬਾਈ ਚੱਲਦੀ ਹੈ। ਕਿਤੇ ਕਿਤੇ ਇਸ ਸੀਕੁਐਂਸ ਨੂੰ ਉਹਨਾਂ ਨੇ ਤੋੜਿਆ। ਉਹਦੇ ਤੋੜਨ ਦੇ ਪਿੱਛੇ ਬੜਾ ਵੱਡਾ ਲੌਜਿਕ ਹੈ ਸਾਡੇ ਲਈ, ਸਾਨੂੰ ਸਮਝਾਉਣ ਲਈ। ਜਿਵੇਂ ਭਗਤ ਧੰਨਾ ਜੀ ਦੇ ਸ਼ਬਦ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਆਪਦਾ ਸ਼ਬਦ ਲਿਖਦੇ ਨੇ। ਕਿਉਂ ਲਿਖਦੇ ਨੇ? ਅੱਜ ਉਹ ਸ਼ਬਦ ਮੈਂ ਤੁਹਾਨੂੰ ਥੋੜ੍ਹੀ ਜਿਹੀ ਬਣ ਗਈ ਮਾਤਰ ਜਿੰਨਾ ਕਿ ਮੇਰੇ ਯਾਦ ਹੈ ਉਹ ਸਾਂਝਾ ਕਰਦੇ ਹਾਂ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ। ਕਹਿੰਦੇ ਪਰਮਾਤਮਾ ਦਾ ਨਾਮ ਸਿਮਰਦਾ ਨਾਮਦੇਵ ਕੌਡੀਆਂ ਤੋਂ ਲੱਖਾਂ ਦਾ ਹੋ ਗਿਆ, ਗੁਣੀ ਹੋ ਗਿਆ। ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ, ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਬੁਣਨਾ ਤਣਨਾ ਭਾਵ ਤਿਆਗਣ ਦਾ ਮਤਲਬ ਇਹ ਨਹੀਂ ਕਿ ਛੱਡਤਾ। ਤਿਆਗਣ ਦਾ ਭਾਵ ਹੈ ਮੋਹ ਮਾਇਆ ਤੋਂ ਉੱਪਰ ਹੋ ਕੇ ਕਾਰਜ ਖਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਇਹ ਬਾਣੀ ਹੈ। ਇਹਨਾਂ ਨੂੰ ਅੱਡ ਅੱਡ ਨਹੀਂ ਤੁਸੀਂ ਕਰ ਸਕਦੇ। ਮੈਂ ਇਸੇ ਲਈ ਪ੍ਰੋਫੈਸਰ ਸਾਹਿਬ ਸਿੰਘ ਦਾ ਹਵਾਲਾ ਦਿੱਤਾ ਕਿ ਸਾਨੂੰ ਸਮਝਣ ਦੀ ਜਾਚ ਆਊਗੀ, ਉਹ ਵੀ ਗੁਣਾਂ ਦੇ ਨਾਲ ਭਰ ਕੇ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਅੱਜ ਵੀ ਜਿਹੜੇ ਕੰਮਾਂ ਕਾਰਾਂ 'ਚ ਪੈ ਜਾਂਦੇ ਨੇ ਨਾ,
ਉਹ ਆਮ ਤੌਰ ਤੇ ਕਹਿੰਦੇ ਨੇ ਟਾਈਮ ਨਹੀਂ ਹੈਗਾ, ਸਾਰਾ ਦਿਨ ਦੁਕਾਨ ਤੇ ਜਾਂ ਆਪਦੇ ਕੰਮ ਕਾਰ 'ਚ ਪੈ ਜਾਂਦੇ, ਕਿੱਥੇ ਟਾਈਮ ਨਿਕਲਦਾ। ਇਹ ਉਹਨਾਂ ਲਈ ਹੈ ਵੀ ਕੰਮ, ਇਹ ਨਹੀਂ ਕਿ ਕੰਮ ਤਿਆਗਤਾ, ਲਾਲਚ ਤਿਆਗੇ ਨੇ ਉਹਨਾਂ ਨੇ, ਮਾਇਆ ਦਾ ਲਾਲਚ ਤਿਆਗਿਆ। ਇਹ ਨਹੀਂ ਕਿ ਬਸ ਇੱਕੋ ਕੰਮ 'ਚ ਪਏ ਰਹੇ, ਨਾਲ ਗੁਣਾਂ ਵਾਲੇ ਪਾਸੇ, ਸੇਵਾ ਵਾਲੇ ਪਾਸੇ, ਭਾਵਨਾ ਵਾਲੇ ਪਾਸੇ ਤੁਰੇ ਨੇ। ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਿਣਿਆ। ਹੁਣ ਨਾਈ ਦੀ ਜਦੋਂ ਗੱਲ ਆਉਂਦੀ ਹੈ, ਆਮ ਤੌਰ 'ਤੇ ਸਾਨੂੰ ਅੱਜ ਦੇ ਸੰਦਰਭ 'ਚ ਜਦੋਂ ਅਸੀਂ ਦੇਖਦੇ ਹਾਂ ਵੀ ਇਹ ਵਾਲ ਕੱਟਣ ਵਾਲੇ ਹੁੰਦੇ ਨੇ, ਨਹੀਂ, ਉਸ ਵੇਲੇ ਨਾਈਆਂ ਦੇ ਵੱਡੇ ਕੰਮ ਹੁੰਦੇ ਸੀ, ਰਿਸ਼ਤੇ ਕਰਾਉਣੇ, ਸੁਨੇਹੇ ਪਹੁੰਚਾਉਣੇ ਤੇ ਲੋਕਾਂ ਦੇ ਨਿੱਕੇ ਨਿੱਕੇ ਬੁੱਤ ਦੇ ਸਾਰਨੇ। ਸੈਣ ਨਾਈ ਬੁੱਤਕਾਰੀਆ ਭਾਵ ਲੋਕਾਂ ਦੀਆਂ ਬੁੱਤੇ ਸਾਰਦਾ ਸੀ। ਪਰ ਜਦੋਂ ਲੜ ਲੱਗ ਗਿਆ ਉਸ ਅਕਾਲ ਪੁਰਖ ਦੇ, ਲੜ ਲੱਗਣ ਤੋਂ ਭਾਵ ਉਹਦੇ ਰਾਹ ਤੇ ਚੱਲ ਪਿਆ, ਸੱਚਾਈ ਦੇ ਰਾਹ ਤੇ ਚੱਲ ਪਿਆ, ਲੋਕ ਉਹਦੇ ਹਰ ਗੱਲ ਤੇ ਭਰੋਸਾ ਕਰਦੇ ਸੀ, ਲੋਕ ਉਹਦਾ ਸਤਿਕਾਰ ਕਰਨ ਲੱਗੇ, ਉਹਦਾ ਰੁਤਬਾ ਹੀ ਬਹੁਤ ਉੱਚਾ ਹੋ ਗਿਆ। ਹੁਣ ਆ ਗਈ ਗੱਲ ਭਗਤ ਧੰਨੇ ਦੀ। ਆਹ 4 ਉੱਪਰਲੇ ਮਹਾਂਪੁਰਸ਼ਾਂ ਦੀ ਐਗਜ਼ਾਮਪਲ ਦਿੱਤੀ ਹੈ, ਬਾਬਾ ਰਵਿਦਾਸ ਜੀ, ਬਾਬਾ ਨਾਮਦੇਵ ਜੀ, ਬਾਬਾ ਕਬੀਰ ਜੀ ਤੇ ਬਾਬਾ ਸੈਣ ਜੀ। ਸਾਡੀ ਸਾਖੀ ਕਹਿ ਰਹੀ ਹੈ ਕਿ ਭਗਤ ਧੰਨੇ ਨੂੰ ਪੰਡਤ ਜੀ ਨੇ ਗੁਰੂ ਦਾ ਰੂਪ ਬਣ ਕੇ ਠਾਕਰ ਦਿੱਤੇ, ਪੱਥਰ ਦਿੱਤੇ। ਇਹ ਸਾਖੀਆਂ ਕਹਿ ਰਹੀਆਂ ਨੇ। ਹੁਣ ਗੁਰਬਾਣੀ ਕੀ ਕਹਿ ਰਹੀ ਹੈ? ਆਹ 4 ਬੰਦਿਆਂ ਦੀ ਗੱਲ ਸੁਣੀ, ਕੀ ਨੇ? ਧੰਨੇ ਨੇ। ਇਹ ਬਿੱਧ 4 ਦੀ ਜਿਹੜੀ ਉੱਪਰ ਜ਼ਿਕਰ ਕੀਤੀ ਹੈ, ਪੂਰਾ ਸ਼ਬਦ ਹੈ, ਇਹ ਬਿੱਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਹੈ ਨਾ ਕਮਾਲ ਦੀ ਗੱਲ? ਸਾਰਾ ਕੁਛ ਤਾਂ ਕਲੀਅਰ ਕਰਤਾ, ਇਹਨਾਂ ਨੂੰ ਦੇਖ ਕੇ ਲੱਗਿਆ। ਪੂਰਾ ਸ਼ਬਦ ਇਹ ਹੈ ਜੀ, ਇਹ ਜਿਹੜਾ ਮੈਂ ਸਾਂਝ ਕੀਤੀ ਹੈ ਤੁਹਾਡੇ ਨਾਲ ਅੰਗਰੇਜ਼ ਸਿੰਘ ਜੀ, ਮੈਂ ਰੁਕ ਰੁਕ ਕੇ ਕੀਤਾ ਹੈ, ਇਹ ਬੰਦ ਹੈ ਜੀ ਪੂਰਾ। ਸੋ ਇਹ ਬਿੱਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਇਹਨਾਂ ਨੂੰ ਦੇਖ ਕੇ ਲੱਗੇ ਨੇ। ਤੇ ਅਸੀਂ ਕੀ ਕਹਿ ਰਹੇ ਹਾਂ ਕਿ ਠਾਕਰ ਦੀ ਪੂਜਾ ਕਰਦੇ ਨੂੰ ਦੇਖ ਕੇ ਲੱਗੇ। ਹੁਣ ਆਪਾਂ ਗੁਰੂ ਅਰਜਨ ਸਾਹਿਬ ਦੀ ਗੱਲ ਸੁਣਨੀ ਜਾਂ ਮੰਨਣੀ ਹੈ, ਜਾਂ ਬਾਕੀ ਥਾਵਾਂ ਦੀ ਜਿਹੜੀ ਵੀ ਗੱਲ, ਜਿਹੜੀ ਸਾਖੀ, ਜਿਹੜੀ ਘਟਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ, ਸਾਡੇ ਲਈ ਉਹਦਾ ਕੋਈ ਲੈਣਾ ਦੇਣਾ ਨਹੀਂ। ਇਸ ਗੱਲ ਦਾ ਧਿਆਨ 'ਚ ਰੱਖਣਾ। ਤੇ ਦੂਜੀ ਗੱਲ, ਆਪਾਂ ਹੋਰ ਅੱਗੇ ਤੁਰ ਰਹੇ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਦੇ ਲਈ ਥੋੜ੍ਹਾ ਜਿਹਾ ਟਾਈਮ ਕੱਢੋ। ਜੇ ਦੇਖੋ ਆਪਾਂ ਆਪ ਚਾਹੁੰਦੇ ਹਾਂ, ਨਹੀਂ ਫਿਰ ਸਾਨੂੰ ਭਰੋਸਾ ਕਰਨਾ ਪਊਗਾ ਦੂਜਿਆਂ ਤੇ, ਜੋ ਕਹਿੰਦੇ ਨੇ ਫਿਰ ਸੁਣੀ ਜਾਵਾਂਗੇ ਆਪਾਂ। ਹੁਣ ਤਾਂ ਸਮਾਂ ਵੀ ਸੀ, ਲੋੜ ਵੀ ਹੈ। ਇਹ ਨਹੀਂ ਹੁੰਦਾ ਕਿ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਸ਼ੁਰੂ ਕਰ ਲਏ ਤੇ ਇਹ ਤਾਂ ਜੀ ਬਹੁਤ ਵਿਸ਼ਾਲ ਨੇ, ਬਹੁਤ ਵੱਡੇ ਨੇ, 1430 ਅੰਕ ਨੇ ਜਾਂ 29 ਨੇ, ਕਿਉਂਕਿ ਇਹ ਵੀ ਇੱਕ ਜਾਂ 1.5 ਅੰਕ ਦਾ ਕੰਟਰੋਵਰਸੀ ਹੈ। ਅਕਾਲ ਤਖਤ ਸਾਹਿਬ ਤੇ ਰਾਗਮਾਲਾ ਨਹੀਂ ਪੜ੍ਹੀ ਜਾਂਦੀ, ਦਰਬਾਰ ਸਾਹਿਬ ਪੜ੍ਹੀ ਜਾਂਦੀ ਹੈ। ਅਖੰਡ ਕੀਰਤਨੀ ਜਥੇ ਵਾਲੇ ਬਿਲਕੁਲ ਮਾਨਤਾ ਨਹੀਂ ਦਿੰਦੇ, ਠੀਕ ਹੈ ਜੀ। ਤੇ ਅਕਾਲ ਤਖਤ ਦੀ ਰਹਿਤ ਮਰਿਆਦਾ 'ਚ ਵੀ ਇਹੀ ਲਿਖਿਆ ਹੋਇਆ ਕਿ ਰਾਗਮਾਲਾ ਪੜ੍ਹੋ ਜਾਂ ਨਾ ਪੜ੍ਹੋ। ਸੋ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ। ਸੋ ਜੇ ਆਪਾਂ ਸਮਝੀਏ, 1 ਅੰਕ ਰੋਜ਼ ਜ਼ਿਆਦਾ ਕਰਨ ਦੀ ਲੋੜ ਨਹੀਂ। ਜੇ ਆਪਾਂ ਨਹੀਂ ਟਾਈਮ ਕੱਢ ਸਕਦੇ, 1 ਅੰਕ ਪੜ੍ਹੋ, ਅਰਥਾਂ ਸਮੇਤ ਪੜ੍ਹੋ, ਦੇਖਿਓ ਸਵਾਦ ਆਉਂਦਾ। ਜਦੋਂ ਸਮਝ ਆਉਣ ਲੱਗਣਗੇ, ਬਾਬਾ ਫਰੀਦ ਜੀ, ਬਾਬਾ ਕਬੀਰ ਜੀ, ਕਿਆ ਬਾਤਾਂ ਨੇ ਜੀ। ਜਦੋਂ ਤੁਸੀਂ ਪਿਓਰ ਪੰਜਾਬੀ ਦੇ ਵਿੱਚ ਸਿੱਧੀਆਂ ਤੁਹਾਡੇ ਦਿਲ ਤੇ ਦਿਮਾਗ ਤੇ ਅਟੈਕ ਕਰਨ ਲੱਗ ਜਾਣਗੇ ਉਹ ਸ਼ਬਦ, ਵੀ ਯਾਰ ਇੰਨਾ ਭੰਡਾਰ ਪਿਆ ਸੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਉ ਮੇਰਾ ਮਨ ਭਿਆ ਨਿਦਾਨਾ, ਖਾਵੋ ਖਰਚੋ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਹੋ ਜਾਈ, ਘਟਦਾ ਹੀ ਨਹੀਂ। ਸੋ ਬਹੁਤ ਕੁਛ ਮਿਲੂ। ਔਰ ਇਕੱਲਾ ਇਹ ਨਹੀਂ, ਅਸੀਂ ਸੋਚਦੇ ਹਾਂ ਵੀ ਇੱਕ ਧਾਰਮਿਕ ਗ੍ਰੰਥ ਹੈ, ਰਾਜਨੀਤਿਕ, ਸਮਾਜਿਕ, ਆਰਥਿਕ, ਹਰ ਪੱਖੋਂ ਸੰਪੂਰਨ ਹੈ। ਕੋਈ ਚੀਜ਼ ਦੀ ਹੈ ਹੀ ਨਹੀਂ ਇਹ ਚੀਜ਼ ਤਾਂ ਵੀ ਇਹਦੇ ਵਿੱਚ ਹੈ ਨਹੀਂ। ਕਿਹੜੀ ਚੀਜ਼ ਨਹੀਂ ਲੱਭਦੀ? ਬਾਬਰ ਦੇ ਅੱਗੇ ਇਹ ਤੋਤਾ ਰਟਣ ਵਾਲੇ ਖੜ ਜਾਣਗੇ ਜਾ ਕੇ? ਯੋਧਾ ਹੀ ਖੜ ਸਕਦਾ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹੀ ਨਹੀਂ ਖੜ ਗਏ। ਉਹ ਦਲੇਰੀ, ਜੁਰਤ ਸੀ, ਖੜਨ ਦਾ ਹੌਸਲਾ ਸੀ, ਬੁਲੰਦੀ ਸੀ, ਤਾਕਤ ਸੀ, ਡਰ ਨਹੀਂ ਤੇ ਕੋਈ। ਨਿਰਭਉ ਤੇ ਨਿਰਵੈਰ, ਜਦੋਂ ਹੈ ਹੀ ਨਹੀਂ ਡਰ। ਇੱਕ ਬਾਬਾ ਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਹੈ ਨਾ ਕਮਾਲ? ਕਿਹੋ ਜਿਹੀ ਜੋੜੀ ਤੇ ਉਹ। ਸੋ ਜਦੋਂ ਉਹ ਚੀਜ਼ਾਂ ਨੂੰ ਤੁਸੀਂ ਇਹ ਸੋਚ ਕੇ ਪੜ੍ਹੋਗੇ ਵੀ ਯਾਰ ਬਾਪੂ ਹੈ ਕਿਹਾ ਜਾਂਦੀ, ਐਡਾ ਦਲੇਰ ਕਿਵੇਂ ਤੀ, ਉਹਨਾਂ ਦੀ ਬਾਣੀ ਨੂੰ ਦੇਖੋਗੇ ਨਾ, ਫਿਰ ਜਦੋਂ ਕਿਹਾ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਮਸ, ਸੱਚ ਚੰਦਰਮਾ ਦੀਸੈ ਨਾਹੀ, ਕਹਿ ਚੜਿਆ ਹਉ ਭਾਲ ਬਕੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਸੋ ਜਦੋਂ ਦੇਖੋਗੇ ਵੀ ਹੱਦ ਹੈ, ਕਮਾਲ ਹੈ। ਬਾਪੂ ਐਡੇ ਐਡੀਆਂ ਗੱਲਾਂ ਕਹਿ ਗਿਆ ਯਾਰ, ਉਹੇ ਜਿਹੇ ਵੇਲੇ ਕਹਿ ਗਿਆ ਜਦੋਂ ਬੰਦਾ ਮਾਰਨ ਵੇਲੇ ਪੁੱਛਦੇ ਹੀ ਨਹੀਂ ਸੀ।
ਸੋ ਨਾਲ ਮੇਰੇ ਇੱਕ ਹੋਰ ਵੀ, ਕਿਉਂਕਿ ਮੈਂ ਤੁਹਾਨੂੰ ਸਿਰ ਟੌਪਿਕ ਬਾਹਲੇ ਜ਼ਿਆਦਾ ਇਕੱਠੇ ਹੋਏ ਨੇ, ਇੱਕ ਛੋਟੀ ਜਿਹੀ ਗੱਲ ਕਰਕੇ ਫਿਰ ਮੈਂ ਸਮਾਪਤ ਕਰਨ ਲੱਗਿਆ। ਕਲਾਕਾਰਾਂ ਨੂੰ ਆਪਾਂ ਬਹੁਤ ਗਾਲਾਂ ਕੱਢਦੇ ਹਾਂ, ਇਹ ਧਿਆਨ ਦਿਓ ਥੋੜ੍ਹੀ ਜਿਹੀ ਗੱਲ ਦਾ। ਬਹੁਤ ਗਾਲਾਂ ਕੱਢਦੇ ਹਾਂ ਕਲਾਕਾਰਾਂ ਨੂੰ, ਇਹਨਾਂ ਨੇ ਗੰਦ ਪਾਤਾ ਜੀ, ਇਹਨਾਂ ਨੇ ਆਹ ਕਰਤਾ ਜੀ, ਬਹੁਤ ਕਰਤਾ ਜੀ, ਠੀਕ ਹੈ। ਪਰ ਇੱਕ ਗੱਲ ਹੋਰ ਸੋਚਿਓ ਮਾੜੀ ਜੀ, ਇਹ ਗੰਦ ਪਾਉਣ ਵਾਲੇ ਕਿਹੜੇ ਟਾਈਮ ਨਹੀਂ ਤੇ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਨਹੀਂ ਸੀ ਹੈਗੇ ਤੇ ਵੱਡੇ ਪੱਧਰ ਤੇ ਉਦੋਂ ਵੀ ਰਾਜਿਆਂ ਮਹਾਰਾਜਿਆਂ ਦੀ ਉਸਤਤ ਕਰਦੇ ਤੇ, ਉਹਨਾਂ ਦੇ ਸੋਹਲੇ ਗਾਉਂਦੇ ਸੀ, ਉਹਨਾਂ ਦੇ ਕਸੀਦੇ ਪੜ੍ਹਦੇ ਸੀ, ਉਹਨਾਂ ਦੀ ਉਸਤਤ 'ਚ ਸ਼ਲੋਕ ਲਿਖਦੇ ਤੇ ਮੇਰੇ ਦਸ਼ਮੇਸ਼ ਪਿਤਾ ਨੇ ਕਵੀ ਦਰਬਾਰ ਰੱਖਿਆ, ਦੂਰੋਂ ਨੇੜਿਓਂ ਸੱਦੇ ਭੇਜ ਕੇ ਇਕੱਠੇ ਕਰੇ ਵੀ ਆ ਜਾਓ। ਉਹਨਾਂ ਨੂੰ ਨਹੀਂ ਪਤਾ ਸੀ ਵੀ ਕਾਹਦੇ ਲਈ ਬੁਲਾ ਰਹੇ ਨੇ। ਜਦੋਂ ਬੁਲਾਏ ਫਿਰ ਉਹਨਾਂ ਨੂੰ ਪੁੱਛਿਆ ਸੀ ਕਿ ਆਹ ਜਿਹੜਾ ਲਿਖ ਰਹੇ ਹੋ, ਜਿਹੜੇ ਰਾਜੇ ਮਹਾਰਾਜੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖੇਡ ਰਹੇ ਨੇ ਤੇ ਤੁਸੀਂ ਉਹਨਾਂ ਦੀ ਉਸਤਤ ਕਰ ਰਹੇ ਹੋ। ਤੇਰੀ ਮਾਂ ਦਾ ਜਾਂ ਤੇਰੀ ਭੈਣ ਦਾ ਚੀਰ ਹਰਨ ਹੋ ਰਿਹਾ ਹੋਵੇ ਤੇ ਤੂੰ ਉਹ ਰਾਜੇ ਦੀ ਉਸਤਤ ਕਰੇਂਗਾ। ਪੂਰੇ ਦੇਸ਼ ਦੇ ਵਿੱਚ ਅੱਗ ਲੱਗੀ ਪਈ ਹੈ, ਹਰ ਰੋਜ਼ ਬੇਗੁਨਾਹਾਂ ਦੇ ਰੱਤ ਦੀਆਂ ਨਦੀਆਂ ਵਹਿ ਰਹੀਆਂ ਨੇ, ਤੁਹਾਡੀ ਕਲਮ 'ਚੋਂ ਇੱਕ ਝਰੀਟ ਤੱਕ ਨਹੀਂ ਵੱਜੀ ਚੱਜ ਨਾਲ। ਐਡੀ ਬੁਜ਼ਦਲੀ ਕਦੋਂ ਬੋਲੋਗੇ? ਉਹ ਸ਼ੀਸ਼ਾ ਹੁੰਦੇ ਨੇ ਜਿਹੜੇ ਕਵੀ ਲੇਖਕ ਤੇ ਚਿੰਤਕ ਹੁੰਦੇ ਨੇ, ਬੁਲਾਰੇ ਹੁੰਦੇ ਨੇ, ਤੇ ਤੁਸੀਂ ਲਿਖਣ ਬਹਿ ਗਏ ਉਹਨਾਂ ਦੀ ਉਸਤਤ ਜਿਹੜੇ ਰਾਖਸ਼ ਬਣੇ ਹੋ ਬੈਠੇ ਨੇ। ਤੇ ਸੱਚੀ ਮੁੱਚੀ ਉਹਨਾਂ 'ਚੋਂ 52 ਕਵੀ ਆ ਗਏ ਤੇ ਮਹਾਰਾਜ ਕੋਲੇ। ਸਾਡਾ ਸਭ ਤੋਂ ਸਤਿਕਾਰਤ ਜਿਹੜਾ ਪੰਥ ਪ੍ਰਮਾਣਿਤ ਹੈ, ਜਿਹਦੀ ਲਿਖੀ ਹੋਈ ਰਚਨਾ ਦਾ ਕੀਰਤਨ ਹੋ ਸਕਦਾ ਹੈ, 2 ਵਿਦਵਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਸੰਪੂਰਨਤਾ ਜਿੱਥੇ ਮਰਜੀ ਕੀਰਤਨ ਕਥਾ ਵਿਚਾਰ ਹੋ ਸਕਦੀ ਹੈ ਗੁਰਦੁਆਰੇ ਦੇ ਅੰਦਰ, ਤੇ ਦੂਸਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਵਿਤ, ਤੇ ਤੀਸਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੋਇਆ। ਇਹ ਭਾਈ ਨੰਦ ਲਾਲ ਜੀ ਔਰੰਗਜ਼ੇਬ ਦਾ ਦਰਬਾਰੀ ਕਵੀ ਸੀ, ਉਹਦੀ ਉਸਤਤ 'ਚ ਗੀਤ ਲਿਖਦਾ ਸੀ। ਬੇਸ਼ੱਕ ਜ਼ਮੀਰ ਨਹੀਂ ਤੀ ਮੰਨਦੀ, ਮਜਬੂਰੀ ਸੀ, ਪਰ ਇਹ ਜਿਹੜੇ ਬਾਦਸ਼ਾਹ ਹੁੰਦੇ ਤੇ ਇਹ ਇਹੋ ਜਿਹੇ ਬੰਦਿਆਂ ਨੂੰ ਜਾਣ ਨਹੀਂ ਦਿੰਦੇ ਤੇ, ਤਲਵਾਰ ਦੀ ਨੋਕ ਤੇ ਰੱਖਦੇ ਤੇ ਵੀ ਰਹਿਣਾ ਪਊ, ਨਹੀਂ ਕਤਲ ਕਰਾਂਗੇ। ਤੇ ਐਡੇ ਬੜੇ ਖੂੰਖਾਰ ਬਾਦਸ਼ਾਹ ਔਰੰਗਜ਼ੇਬ ਕਿਹੋ ਜਿਹਾ ਸੀ, ਮੈਂ ਫੇਰ ਅੱਗੇ ਸਾਂਝ ਕਰਾਂਗੇ, ਤੁਹਾਨੂੰ ਪਤਾ ਵੀ ਹੈ। ਉਹਦੇ ਕੱਢੇ ਹੋਏ ਕਿਸੇ ਬੰਦੇ ਨੂੰ, ਜਾਂ ਉਹਦੇ ਬੰਦੇ ਨੂੰ ਕੱਢਿਆ ਵੀ ਨਹੀਂ ਸੀ, ਇਹ ਤਾਂ ਉਹਦਾ ਬੰਦਾ ਉਹਨੂੰ ਛੱਡ ਕੇ ਉਸ ਬੰਦੇ ਨੂੰ ਜਿਹਨੂੰ ਗੁਰੂ ਪਾਤਸ਼ਾਹ ਨੇ ਆਪਣੇ ਕੋਲੇ ਰੱਖਿਆ, ਸਿੱਧੀ ਦੁਸ਼ਮਣੀ ਮੁੱਲ ਲੈਣ ਦੀ ਗੱਲ ਤੀ, ਤੇ ਉਹ ਬੰਦਾ ਫਿਰ ਆ ਕੇ ਲਿਖਦਾ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਘਾ ਗੁਰੂ ਗੋਬਿੰਦ ਸਿੰਘ, ਖਸਮ ਰਾਜਾਂ ਕਾ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ। ਇਹ ਸੀ ਉਹ। ਇਹਨਾਂ ਬੰਦਿਆਂ ਨੂੰ ਬੁਲਾਏ, ਇਹਨਾਂ ਬੰਦਿਆਂ ਨੂੰ ਲੈ ਕੇ ਆਏ। ਉਹ ਬੰਦਿਆਂ ਨੇ ਫਿਰ ਇਤਿਹਾਸ ਦੇ ਰਾਹੀਂ, ਕਵਿਤਾਵਾਂ ਦੇ ਰਾਹੀਂ, ਨਜ਼ਮਾਂ ਦੇ ਰਾਹੀਂ ਦੁਨੀਆ ਨੂੰ ਜਗਾਉਣਾ ਸ਼ੁਰੂ ਕੀਤਾ। ਉਹਨਾਂ ਨੂੰ ਕਿਹਾ ਓਏ ਮਰ ਜਾਓ, ਕਿਉਂ ਇਹਨਾਂ ਰਾਹਾਂ ਤੇ ਪੈ ਗਏ। ਤੇ ਅੱਜ ਦੇ ਗਾਇਕਾਂ ਨੂੰ, ਕਵੀਆਂ ਨੂੰ ਵੀ ਸਾਡੀ ਲੋੜ ਹੈ, ਸਾਨੂੰ ਲੋੜ ਹੈ, ਸਾਡੀ ਉਹਨਾਂ ਨੂੰ ਲੋੜ ਹੈ। ਉਹ ਵੀ ਬਿਮਾਰ ਨੇ, ਪਤਾ ਨਹੀਂ ਉਹਨਾਂ ਨੂੰ ਮਾਨਸਿਕ ਤੌਰ ਤੇ है तो बीमार, लेकिन बचने के काबिल, जो अपनी खता को खता मानता है। लेकिन ऐसे नादां का कहाँ है ठिकाना, जो दर्द को ही अपनी दवा मानता है। बुरा मानता है अगर समझाए कोई, बुराई को अपना भला मानता है। वो अंजाम को रोएगा सर पकड़ कर, नहीं इसमें धोखा खुदा जानता है। ਤੇ ਆਪਾਂ ਕਦੇ ਸ਼੍ਰੋਮਣੀ ਕਮੇਟੀ, ਸਿੱਖ ਪੰਥਕ ਜਥੇਬੰਦੀਆਂ, ਕੋਈ ਵੀ, ਮੈਂ ਸਵਾਲ ਕਰਦਾ, ਅੱਜ ਤੱਕ ਕਦੇ ਕਿਸੇ ਕਲਾਕਾਰ ਕੋਲੇ ਆਪਾਂ ਗਏ ਆ ਬਿਨਾਂ ਲੜਾਈ ਤੋਂ ਵੀ ਭਰਾਵੋ ਕੌਮ ਵਾਲੇ ਪਾਸੇ ਆ ਜਾਓ, ਲੋੜ ਹੈ ਤੁਹਾਡੀ, ਅੱਗ ਲੱਗੀ ਪਈ ਹੈ ਯਾਰ, ਪੰਜਾਬ ਮਰਦਾ ਜਾ ਰਿਹਾ ਤੇ ਨੀਰੋ ਬੰਸਰੀ ਵਜਾ ਰਿਹਾ। ਤੁਸੀਂ ਯਾਰ ਕਹਿ ਰਹੇ ਹੋ ਚੱਕ ਲਾਂਗੇ, ਧਰ ਲਾਂਗੇ, ਮਾਰ ਦਾਂਗੇ, ਛੱਡ ਦਾਂਗੇ। ਲੋੜ ਹੈ ਤੁਹਾਡੀ ਜਵਾਨੀ ਨੂੰ ਜਗਾਉਣ ਦੀ। ਤੁਹਾਡੀਆਂ ਕਲਮਾਂ 'ਚੋਂ ਹੁਣ ਦਰਦ ਉੱਠੇ ਪੰਜਾਬ ਦਾ, ਕੌਮ ਦਾ। ਸਾਰੇ ਆਪਣੇ ਮੁੰਡੇ ਨੇ, ਉਹਨਾਂ 'ਚ ਕੋਈ ਬਗਾਨਾ ਨਹੀਂ, ਸਾਰੇ ਨੇ, ਉਹਨਾਂ ਦੇ ਅੰਦਰ ਵੀ ਦਰਦ ਹੈ, ਪਰ ਅਸੀਂ ਉਹਨਾਂ ਦੇ ਦਰਦ ਨੂੰ ਸਮਝਿਆ ਨਹੀਂ। ਜਦੋਂ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਕੀਤੀ ਸੀ ਨਾ, ਮੇਰੇ ਅੱਜ ਵੀ ਉਹ ਦਿਲ 'ਚ ਭੁੱਲਦੀ ਨਹੀਂ ਗੱਲ। ਉੱਥੇ
ਕਿਉਂ ਨਹੀਂ ਲੋਕ ਡਰਦੇ ਜਾਂਦੇ ਇਹਨਾਂ ਲੋਕਾਂ ਕੋਲੇ। ਦਲਜੀਤ ਦੋਸਾਂਝ ਗਿਆ ਤੀ, ਜਾ ਰਿਹਾ ਉਹ ਤੇਰੀ ਉਸ ਚੀਜ਼ ਦੀ ਪ੍ਰੋੜਤਾ ਕਰਨ ਲਈ ਹੈ ਕਿ ਤੂੰ ਭੁੱਖ ਹੜਤਾਲ 'ਤੇ ਬੈਠਾ। ਬੰਦੀ ਸਿੰਘਾਂ ਦੀ ਰਿਹਾਈ ਲਈ ਐਡੀ ਵੱਡੀ ਉਹ ਸੈਲੀਬ੍ਰਿਟੀ ਹੈ ਅਤੇ ਉੱਥੇ ਪਹੁੰਚਿਆ, ਅਤੇ ਉੱਥੇ ਪਹੁੰਚੇ ਨੂੰ ਟਕੇ ਦਾ ਗੁਰਬਖਸ਼ਾ ਉਹਨੂੰ ਕਹਿੰਦਾ ਮਾਫੀ ਮੰਗ ਤੂੰ ਗੀਤ ਗਾਏ 'ਤੇ। ਉਹ ਲਾਹਣਤ ਹੈ ਤੇਰੇ 'ਤੇ ਇਹ ਜੇ 'ਤੇ। ਉਹ ਬੰਦਾ ਆ ਰਿਹਾ ਕਿਸ ਮਕਸਦ ਲਈ ਹੈ ਅਤੇ ਤੂੰ ਤੋਂ ਮਾਫੀਆਂ ਮੰਗਾ ਰਿਹਾ ਉੱਥੇ, ਅਤੇ ਤੂੰ ਕੌਮ ਨਾਲ ਗਦਾਰੀ ਕਰ ਗਿਆ। ਉਦੋਂ ਬਾਅਦ ਇਹ ਲੋਕਾਂ ਨੇ ਸਾਡਾ ਬੇੜਾ ਗਰਕ ਕਰ ਗਿਆ। ਤਾਂ ਕਿਵੇਂ ਕੋਈ ਸੈਲੀਬ੍ਰਿਟੀ, ਕਿਵੇਂ ਕੋਈ ਨਾਮੀ ਬੰਦਾ ਸਾਡੀ ਕਿਸੇ ਮੂਵਮੈਂਟ 'ਚ ਆਊ? ਕਿੱਦਾਂ ਆਊਗਾ? ਨਹੀਂ ਆ ਸਕਦਾ, ਕਿਉਂਕਿ ਅਸੀਂ ਪਿਆਰ ਤਾਂ ਕਰਨੇ ਨਹੀਂ ਜਾਣਦੇ। ਹਾਂ, ਜਿੱਦਣ ਉਹਨਾਂ ਤੋਂ ਕੋਈ ਗਲਤੀ ਹੋ ਜੇ ਫਿਰ ਡਾਂਗਾਂ ਚੱਕ ਕੇ ਸਾਰਾ ਪੰਥ ਕੋਲੇ ਟਾਈਮ ਵੀ ਨਿਕਲ ਜਾਂਦਾ ਅਤੇ ਸਾਰਾ ਪੰਥ ਤਿਆਰ ਵੀ ਹੋ ਜਾਂਦਾ। ਹਾਂਜੀ, ਰਾਜ ਕਾਕੜਾ ਬਹੁਤ ਸੋਹਣਾ ਲਿਖਦਾ ਹੈ। ਅੰਗਰੇਜ਼ ਸਿੰਘ ਜੀ, ਥੈਂਕ ਯੂ। ਬਹੁਤ ਮੁੰਡੇ ਨੇ, ਬਹੁਤ ਹੀ ਵਧੀਆ ਬੰਦੇ ਨੇ ਜਿਹੜੇ ਅੱਜ ਵੀ ਤਿਆਰ ਬਰ ਤਿਆਰ ਬੈਠੇ ਨੇ। ਤੁਸੀਂ ਇੱਕ ਆਵਾਜ਼ ਤਾਂ ਮਾਰੋ, ਤੁਸੀਂ ਮਾੜਾ ਗਲਵੱਕੜੀ ਤਾਂ ਪਾਓ। ਪਰ ਨਾ, ਸਾਡਾ ਧਿਆਨ ਤਾਂ ਇਹ ਹੁੰਦਾ ਗਲਤੀ ਕਰੇ ਉਦੋਂ ਆਵਾਂਗੇ। ਠੀਕ ਤਾਂ ਠੀਕ ਹੈ, ਜਿਵੇਂ ਪੁਲਿਸ ਵਾਲੇ ਚਲਾਨ ਉਦੋਂ ਹੀ ਘਟਦੇ ਨਾ ਜਦੋਂ ਗਲਤੀ ਕਰੀਏ। ਐਗਜ਼ਾਮਪਲ ਹੈ, ਅਸੀਂ ਗਲਤੀ ਲੱਭਦੇ ਹਾਂ। ਪਹਿਲਾਂ ਕਿਉਂ ਨਹੀਂ ਜਾਂਦੇ ਉਹਨਾਂ ਕੋਲੇ ਜਿਹੜੇ ਐਡੇ ਨਾਮਵਰ ਕਲਾਕਾਰ ਨੇ, ਜਿਨ੍ਹਾਂ ਦੀ ਫੈਨ ਫਾਲੋਇੰਗ ਕਿੱਡੇ ਲੈਵਲ 'ਤੇ ਹੈ? ਤੁਸੀਂ ਪਹਿਲਾਂ ਹੀ ਪਹੁੰਚੋ ਯਾਰ ਉਹਨਾਂ ਕੋਲੇ, ਉਹਨਾਂ ਨਾਲ ਗੱਲ ਕਰੋ, ਸਮਝਾਉਣ ਸਮਝਦਾਰ ਉਹ ਹੈਗੇ ਨੇ। ਉਹਨਾਂ ਨੂੰ ਪਿਆਰ ਦੇ ਕੇ ਅਹਿਸਾਸ ਕਰਾਉਣ ਦੀ ਲੋੜ ਹੈ ਕਿ ਤੁਹਾਡੀ ਲੋੜ ਹੈ ਕੌਮ ਨੂੰ। ਇੱਕ ਆਵਾਜ਼ 'ਤੇ ਆ ਜਾਣਗੇ ਬਹੁਤ ਸਾਰੇ। ਕੋਈ ਜ਼ਿੰਮੇਵਾਰ ਬੰਦੇ, ਕੋਈ ਜ਼ਿੰਮੇਵਾਰ ਸੰਸਥਾਵਾਂ ਉਹਨਾਂ ਨੂੰ ਪਿਆਰ ਦਿਖਾਉਣ। ਪਰ ਨਾ, ਸਾਡੀ ਇਹ ਸੋਚ ਇਹ ਨਹੀਂ। ਜਿਹੜੇ ਕਲਾਕਾਰ ਗੀਤ ਗਾਉਂਦੇ ਨੇ, ਉਹ ਪਿੱਛੇ ਜੇ ਇੱਕ ਗੀਤ ਆਇਆ ਸੀ, ਚੱਕ ਅਸਲਾ ਬਣਾਤਾ ਤੇਰੇ ਨਾਂ 'ਤੇ, ਉਹਦੇ 'ਚ ਬੀਬੀ ਸੁੰਦਰੀ ਦਾ ਨਾਮ ਲਿਆ ਉਹਨੇ। ਉਹ ਵੀ ਡਰਦੇ ਡਰਦੇ ਨੇ ਲਿਆ ਹੋਣਾ। ਔਰ ਬੀਬੀ ਸੁੰਦਰੀ ਕੌਣ ਸੀ? ਉਹ ਵੀ ਉਹ ਜੋ ਭਾਈ ਵੀਰ ਸਿੰਘ ਦੇ ਨਾਵਲ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਉਹਦਾ ਜ਼ਿਕਰ ਕੀਤਾ, ਬੀਬੀ ਸੁੰਦਰੀ ਦਾ। ਔਰ ਉਹ ਨਾਵਲ ਨੂੰ ਪੜ੍ਹ ਕੇ ਹਜ਼ਾਰਾਂ ਸਿੱਖ ਉਸ ਵੇਲੇ ਅੰਮ੍ਰਿਤਧਾਰੀ ਬਣੇ ਸੀ। ਅਤੇ ਹੁਣ ਵੀ ਉਹਦਾ ਨਾਟਕ ਖੇਡਿਆ ਜਾਂਦਾ। ਲੱਖਾ ਲਹਿਰੀ ਦਾ ਮੈਂ ਪੰਜਾਬੀ ਯੂਨੀਵਰਸਿਟੀ 'ਚ ਦੇਖਿਆ ਸੀ, ਰਾਜ ਧਾਲੀਵਾਲ ਨੇ ਬਹੁਤ ਸੋਹਣਾ ਪਲੇ ਅਦਾ ਕੀਤਾ ਸੀ। ਉਹ ਅੱਜ ਵੀ ਦੇਖ ਕੇ ਐਂ ਲੱਗਦਾ ਵੀ ਯਾਰ ਕਿਆ ਕਮਾਲ ਹੈ। ਸੋ ਇਹਨਾਂ ਚੀਜ਼ਾਂ ਰਾਹੀਂ ਸਮੇਂ ਦੇ ਅਨੁਸਾਰ ਜੇ ਅੱਜ ਅਸੀਂ ਚੱਲਾਂਗੇ, ਅਸੀਂ ਸਮਝਾਂਗੇ, ਤਾਂ ਬਹੁਤ ਕੁਛ ਅੱਜ ਵੀ ਸਾਡੇ ਤਾਂ ਗੁਰੂ ਸਾਰਾ ਕੁਛ ਕਰਕੇ ਗਏ ਨੇ। ਐਗਜ਼ਾਮਪਲਾਂ ਦੇ ਕੇ ਤਾਂ ਗਏ ਨੇ। 52 ਕਵੀ ਅਤੇ 135 ਵਿਦਵਾਨ, ਜਿਹੜਾ ਆਮ ਤੌਰ 'ਤੇ ਆਪਾਂ ਨੂੰ ਨਹੀਂ ਪਤਾ। 52 ਕਵੀਆਂ ਦਾ ਤਾਂ ਸਾਨੂੰ ਪਤਾ ਹੈ, ਨਾਲ 135 ਵਿਦਵਾਨ ਤੇ ਟੋਟਲ ਜਿਹੜੇ ਲੋਕਾਂ ਨੂੰ ਜਗਾਉਣ ਲਈ ਰੱਖੇ ਹੋਏ ਤੇ ਉਹ ਸਾਹਿਤ ਜਿਹੜਾ ਰੁੜਿਆ ਸਾਡਾ ਸਰਸਾ 'ਚ। ਤੁਹਾਨੂੰ ਕੀ ਲੱਗਦਾ ਉੱਥੇ ਬੈਠੇ ਹੋ ਛੋਟੀਆਂ ਮੋਟੀਆਂ ਗੱਲਾਂ ਕਰਦੇ ਸੀ? ਮੈਂ ਉਹ ਲਫ਼ਜ਼ ਨਹੀਂ ਵਰਤਣਾ ਚਾਹੁੰਦਾ ਸੀ ਤਾਂ ਰੁਕ ਗਿਆ ਕਿ ਉੱਥੇ ਆਸ਼ਕੀ ਮਜਾਜੀ 'ਤੇ ਗੀਤ ਲਿਖਦੇ ਤੇ ਤਾਂ ਕੌਮ ਦੇ ਆਸ਼ਕ 'ਤੇ ਤਾਂ ਸੀਸ ਤਲੀਆਂ 'ਤੇ ਧਰਨ ਨੂੰ ਤਿਆਰ ਹੁੰਦੇ ਤੇ ਉਹਨਾਂ ਦੇ ਗੀਤ ਸੁਣ ਕੇ, ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਲੋਕਾਂ ਦੇ ਅੰਦਰ ਅੱਗ ਲੱਗਦੀ ਤੀ। ਔਰ ਕੱਲਾ ਲਿਖਤ ਨਹੀਂ ਸੀ, ਇਹ ਨਹੀਂ ਕਿ ਕੱਲੀਆਂ ਲਿਖਤਾਂ ਨਾਲ ਪ੍ਰੈਕਟੀਕਲ ਚੱਲ ਰਿਹਾ ਤੀ। ਪ੍ਰੈਕਟੀਕਲ ਸੀਸ ਤਲੀ 'ਤੇ ਰੱਖੀ ਫਿਰਦਾ ਤੀ ਅਗਲਾ। ਉਹ ਬੈਠਾ ਸੀ ਪਹਾੜਾਂ 'ਚ। ਅੱਜ ਤਾਂ ਸਾਨੂੰ ਲੱਗਦਾ ਨਾ ਘੁੰਮਣ ਜਾਂਦੇ ਹਾਂ ਅਨੰਦਪੁਰ ਸਾਹਿਬ ਵੀ, ਵਾਹ ਕਿਆ ਰੌਣਕ ਮੇਲੇ ਨੇ। ਉਹ ਅੱਜ ਰੌਣਕ ਮੇਲੇ ਨੇ। ਉਹ ਤਾਂ ਪਹਾੜਾਂ 'ਚ ਬੈਠਾ ਸੀ ਤੇਗ ਦੀ ਧਾਰ 'ਤੇ, ਕਹਿੰਦਾ ਚੋਟ ਪੇ ਚੋਟ। ਬਿਲਕੁਲ ਬਿਕਰਮਜੀਤ ਸਿੰਘ ਜੀ, ਬਿਲਕੁਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਪਰ ਇਸ ਗੁੰਡਾਗਰਦੀ ਨੂੰ ਹੁਣ ਆਪਾਂ ਰੋਕਣਾ ਵੀ ਹੈ ਨਾ। ਐਂ ਤਾਂ ਹੈ ਨਹੀਂ ਵੀ ਆਪਾਂ ਉਹਨਾਂ ਦੀ ਗੁੰਡਾਗਰਦੀ ਹੈ, ਠੀਕ ਹੈ ਜੀ ਗੁੰਡਾਗਰਦੀ ਹੈ, ਮੰਨ ਲਿਆ ਹੈਗੀ ਹੈ। ਕਿੰਨਾ ਕੁ ਚਿਰ ਚੱਲੂ? ਕਿੰਨਾ ਕੁ ਚਿਰ ਚਲਾਉਣਗੇ? ਉੱਠ ਪਏ ਆ ਹੁਣ, ਦੁਨੀਆ ਵੀ ਉੱਠ ਪਈ। ਤੁਹਾਡੇ ਵਰਗੇ ਸੂਝਵਾਨ ਕੋਸ਼ਿਸ਼ ਕਰੀਏ, ਵੱਧ ਤੋਂ ਵੱਧ ਗੁਰਦੁਆਰਿਆਂ 'ਚ ਰੋਕ ਲੈਣਗੇ ਨਾ ਬੋਲਣ ਤੋਂ। ਜਦੋਂ ਇਕੱਠੇ ਹੋ ਜਾਣਗੇ ਨਾ, ਗੁਰਦੁਆਰਾ ਉੱਥੇ ਹੀ ਹੋ ਜਾਂਦਾ ਜਿੱਥੇ ਸੰਗਤ ਇਕੱਠੀ ਹੋ ਜੇ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਜੇ ਦੋ ਸਿੱਖ ਵੀ ਗੱਲਾਂ ਕਰਨ ਨੇ, ਮੈਂ ਇਹ ਸੋਚ ਰਿਹਾ ਸੀ, ਤੁਸੀਂ ਤਾਂ ਫੇਰ ਵੀ 20-22 ਜਣੇ ਲਾਈਵ ਹੋ, ਮੈਂ ਇਹ ਸੋਚ ਰਿਹਾ ਸੀ ਵੀ ਜੇ ਇੱਕ ਵੀ ਆ ਗਿਆ ਤਾਂ ਵੀ ਲਾਈਵ ਹੈ, ਕਿਉਂਕਿ ਬਾਣੀ ਕਹਿ ਰਹੀ ਹੈ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਭਾਈ ਗੁਰਦਾਸ ਜੀ ਦਾ ਬਚਨ ਹੈ। ਦੋ ਸਿੱਖ, ਜਦੋਂ ਵੀ ਤੁਸੀਂ ਕਿਤੇ ਵੀ ਬੈਠ ਕੇ ਚੰਗੀ ਗੱਲ ਕਰਦੇ ਹੋ, ਕਿਤੇ ਵੀ ਸਤਸੰਗਤ ਹੈ। ਸੋ ਆਪਾਂ ਗੱਲ ਕਰ ਰਹੇ ਸੀ ਕਿ ਗੁਰੂ ਪਾਤਸ਼ਾਹ ਜਦੋਂ ਉੱਥੇ ਬੈਠੇ ਨਾ, ਉਹੀ ਬੈਠੇ ਤੇ ਯਾਰ, ਉਹ ਪਹਾੜਾਂ 'ਚ ਘੁੰਮਣ ਨਹੀਂ ਹੋ ਗਏ ਤੇ। ਉਹ ਸੇਫ ਜਗ੍ਹਾ ਸੀ, ਉੱਥੇ ਕੋਈ ਰਹਿਣ ਦਾ ਕੋਈ ਹੈ ਨਹੀਂ ਸੀ, ਫੌਜਾਂ ਨਹੀਂ ਸਿੱਧੀਆਂ ਆ ਸਕਦੀਆਂ ਤੀਆਂ।
ਤੇ ਸ਼ਾਇਰ ਨੇ ਲਿਖਿਆ, ਮੈਨੂੰ ਲੱਗਦਾ ਢੁਕਮਾ, ਕਹਿੰਦਾ चोट पे चोट दिल पे खाए हुए, होंठ फिर भी हैं मुस्कुराए हुए, मौत की वादी में बैठा हूँ, जिंदगी की शमा जलाए हुए। ਤਾਂ ਮੌਤ ਦੀਆਂ ਵਾਦੀਆਂ 'ਚ ਬੈਠੇ ਤੇ ਹਰ ਰੋਜ਼ ਮੌਤ ਦਿਸਦੀ ਤੀ, ਹਰ ਰੋਜ਼। ਆਇਆ ਸੀ ਇੱਕ ਰਾਜਾ ਛੋਟੀ ਉਮਰ ਦਾ ਦਸ਼ਮੇਸ਼ ਪਿਤਾ ਕੋਲੇ, ਜਦੋਂ ਔਰਤਾਂ ਨੂੰ ਪੈਰਾਂ ਦੀ ਜੁੱਤੀ ਸਮਝਿਆ ਜਾਂਦਾ ਸੀ, ਘਰੋਂ ਕੋਈ ਨਿਕਲ ਨਹੀਂ ਦਿੰਦਾ ਸੀ, ਉਹਨਾਂ ਨੂੰ ਬਾਹਰ ਨਿਕਲਣਾ ਮਨ੍ਹਾ ਸੀ, ਤੇ ਗੁਰੂ ਨਾਨਕ ਦੇ ਦਰ 'ਤੇ ਸੇਵਾ ਬਰਾਬਰ ਕਰਦੀਆਂ ਸੀ ਬੀਬੀਆਂ। ਤੇ ਉਹ ਜਦੋਂ ਆਇਆ ਉੱਥੇ ਰਾਜਾ, 1-2 ਦਿਨ ਰਿਹਾ, ਉਹਨੇ ਦੇਖਿਆ ਵੀ ਨੌਜਵਾਨ ਮੁੰਡੇ ਕੁੜੀਆਂ ਇਕੱਠੇ ਫਿਰਦੇ ਨੇ, ਤਾਂ ਬਹੁਤ ਵੱਡੀ ਗੱਲ ਤੀ ਉਹਨਾਂ ਸਮਿਆਂ 'ਚ ਵੀ ਹੈ। ਉਹਨੇ ਗੱਲ ਕੀਤੀ, ਕਹਿੰਦਾ ਯਾਰ ਤਾਂ ਗੰਦ ਪਾਰਕ ਹੈ, ਗੁਰੂ ਘਰ ਤਾਂ ਅੱਡਾ ਹੀ ਗਲਤ ਲੱਗਦਾ ਮੈਨੂੰ, ਬਹੁਤ ਮਾੜਾ ਚੰਗਾ ਬੋਲਿਆ। ਤਾਂ ਜਦੋਂ ਇਹ ਚੀਜ਼ਾਂ ਗੁਰੂ ਪਾਤਸ਼ਾਹ ਕੋਲੇ ਪਹੁੰਚੀਆਂ ਤੇ ਉਹਨੇ ਆ ਕੇ ਕਿਹਾ, ਮਹਾਰਾਜ ਵੀ ਮੈਨੂੰ ਤਾਂ ਸਹੀ ਨਹੀਂ ਲੱਗਿਆ ਤੁਹਾਡੇ ਵਾਲਾ ਕੰਮਕਾਰ। ਕਹਿੰਦੇ ਕੀ ਹੋ ਗਿਆ? ਕਹਿੰਦਾ ਇਹ ਤਾਂ ਧਰਮ ਥੋੜ੍ਹੀ ਹੈ, ਤਾਂ ਗੰਦੇ ਪਾਰਕ ਹੈ ਇੱਥੇ। ਤਾਂ ਗੁਰੂ ਪਾਤਸ਼ਾਹ ਨੇ ਉਹਨੂੰ ਕਿਹਾ ਸੀ, ਮੈਂ ਸ਼ਾਰਟ 'ਚ ਸੁਣਾਉਣ ਲੱਗਿਆ ਗੱਲ। ਕਹਿੰਦੇ ਤੂੰ ਭਾਈ ਜਾ ਘਰੇ, ਤੇਰੇ 1 ਮਹੀਨਾ ਰਹਿ ਗਿਆ ਜ਼ਿੰਦਗੀ ਦਾ, ਤੇਰੀਆਂ 10-20 ਰਾਣੀਆਂ ਨੇ, ਤੇਰਾ ਰਾਜ ਹੈ, ਜਾ ਐਸ਼ ਕਰ, ਸਿਰਫ 1 ਮਹੀਨਾ ਹੈ, 1 ਮਹੀਨੇ ਬਾਅਦ ਤੇਰੀ ਡੈਥ ਹੈ। ਉਹ ਮਹਾਰਾਜ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਜੀ, ਤੁਸੀਂ ਤਾਂ ਸਰਾਪ ਹੀ ਦਿੱਤਾ, ਮੈਂ ਤਾਂ ਗੱਲੇ ਦੱਸੀ। ਉਹ ਕਹਿੰਦੇ ਸਰਾਪ ਨਹੀਂ ਦਿੱਤਾ, ਅਸੀਂ ਤਾਂ ਜੋ ਦੇਖਿਆ ਦੱਸਤਾ, ਜਾਓ ਭਾਈ। ਹੁਣ ਘਰੇ ਤਾਂ ਵਗ ਗਿਆ, ਜੀ ਕਿੱਥੇ ਲੱਗਦਾ, ਐਂ ਪਛਤਾ ਰਿਹਾ ਮੈਨੂੰ ਤਾਂ ਸਰਾਪ ਮਿਲ ਗਿਆ। ਆਹ ਕੀ ਹੋ ਗਿਆ? ਰਾਣੀਆਂ ਆਈਆਂ ਵੀ ਇੰਨੇ ਦਿਨਾਂ ਬਾਅਦ ਆਇਓ, ਸ਼ਿਕਾਰ 'ਤੇ ਗਏ ਹੋਏ ਸੀ, ਘੁੰਮਣ ਗਏ ਹੋਏ ਸੀ। ਉਹ ਕਹਿੰਦਾ ਪਰਾਂ ਦਫਾ ਹੋ, ਮੈਨੂੰ ਤਾਂ ਹੋਰੇ ਸਿਆਪਾ ਛਿੜ ਗਿਆ, ਨਾ ਖਾਣ ਨੂੰ ਜੀ ਕਰੇ, ਨਾ ਪੀਣ ਨੂੰ ਜੀ ਕਰੇ, ਨਾ ਪਹਿਨਣ ਨੂੰ ਜੀ ਕਰੇ, ਨਾ ਬੋਲਣ ਨੂੰ ਜੀ ਕਰੇ। ਹਰ ਰੋਜ਼ ਇਹ ਲੱਗਿਆ ਕਰੇ 1 ਦਿਨ ਜ਼ਿੰਦਗੀ ਦਾ ਘਟ ਗਿਆ, ਇੱਕ ਕਰਕੇ ਦਿਨ ਘਟਦੇ ਗਏ। 30ਵਾਂ ਦਿਨ ਆ ਗਿਆ, ਉਹ ਤਾਂ ਅੱਧਾ ਰਹਿ ਗਿਆ 30 ਦਿਨਾਂ 'ਚ। 31, 32, 33 ਜਦੋਂ ਦਿਨ ਲੰਘ ਗਏ, ਉਹਨੂੰ ਲੱਗਿਆ ਵੀ ਹੋਇਆ ਤਾਂ ਕੁਛ ਨਹੀਂ। ਕਹਿੰਦਾ ਝੂਠੀ ਨਿਕਲ ਗਈ ਭਵਿੱਖਬਾਣੀ, ਸਰਾਪ ਸਰੂਪ ਕੋਈ ਨਹੀਂ। ਚੱਕਿਆ ਘੋੜਾ ਲੈ ਕੇ 10-20 ਆਪਦੇ ਬੰਦਿਆਂ ਨੂੰ ਪਹੁੰਚ ਗਿਆ। ਕਹਿੰਦਾ ਮਹਾਰਾਜ ਝੂਠ ਬੋਲਤਾ ਸੀ ਮੈਨੂੰ, ਤੁਹਾਡਾ ਸਰਾਪ ਤਾਂ ਚੱਲਿਆ ਨਹੀਂ। ਕਹਿੰਦੇ ਪਹਿਲਾਂ ਗੱਲ ਸੁਣੋ। ਕਹਿੰਦਾ ਹਾਂਜੀ। ਕਹਿੰਦੇ ਸਰਾਪ ਤਾਂ ਨਾ ਕੋਈ ਹੁੰਦਾ ਨਾ ਕੋਈ ਦੇ ਸਕਦਾ, ਮੈਨੂੰ ਐਂ ਦੱਸ ਵੀ ਤੂੰ ਆਹ 30 ਦਿਨਾਂ 'ਚ ਜ਼ਿੰਦਗੀ ਦੇ ਕਿੰਨੇ ਕੁ ਨਜ਼ਾਰੇ ਲੈ ਲਏ? ਕਹਿੰਦਾ ਨਜ਼ਾਰੇ, ਮੈਨੂੰ ਨੀਂਦ ਨਹੀਂ ਆਈ, ਮੈਂ ਮੌਤ ਦੇ ਬਿਸਤਰ 'ਤੇ ਪਿਆ ਸੀ, ਹਰ ਰੋਜ਼ ਦਿਨ ਕੱਟੀ ਕਰ ਰਿਹਾ ਸੀ ਵੀ ਮੇਰੀ ਮੌਤ ਨੇੜੇ ਆ ਰਹੀ ਹੈ। ਬਸ ਕਹਿੰਦੇ ਆਹੀ ਅਹਿਸਾਸ ਕਰਾਉਣਾ ਸੀ ਤੈਨੂੰ, ਆਹੀ ਦੱਸਣਾ ਸੀ। ਤੂੰ ਕਹਿੰਦਾ ਨਾ ਨਜ਼ਾਰੇ ਲੈਂਦੇ ਨੇ ਜ਼ਿੰਦਗੀ ਦੇ ਜਿਹੜੇ ਇੱਥੇ ਫਿਰਦੇ ਨੇ, ਇਹਨਾਂ ਨੂੰ ਮੈਂ ਅਹਿਸਾਸ ਕਰਾਇਆ ਹੋਇਆ ਮੌਤ ਦਾ, ਇਹਨਾਂ ਨੂੰ ਦਿਖਾਇਆ ਹੋਇਆ ਤੁਹਾਡੀ ਜ਼ਿੰਦਗੀ ਨਹੀਂ, ਗੁਲਾਮ ਹੋ ਤੁਸੀਂ। ਇਹ ਤਾਂ ਹਰ ਰੋਜ਼ ਇੱਥੇ ਸੀਸ ਤਲੀ 'ਤੇ ਰੱਖ ਕੇ ਜਿਉਂਦੇ ਨੇ, ਇਹ ਨਜ਼ਾਰੇ ਲੈ ਲੈਣਗੇ। ਤੂੰ ਤਾਂ 30 ਦਿਨ ਨਹੀਂ ਲੈ ਸਕਿਆ ਬਾਦਸ਼ਾਹ ਹੋ ਕੇ। ਤੈਨੂੰ ਅਹਿਸਾਸ ਕਰਾਇਆ ਸੀ, ਆ ਜਿਨ੍ਹਾਂ 'ਤੇ ਤੂੰ ਉਂਗਲ ਚੱਕੀ ਦੀ ਨਾ, ਇਹ ਕੌਮ ਦੇ ਪਰਵਾਨੇ ਨੇ, ਆਜ਼ਾਦੀ ਲਈ ਲੜ ਮਰਨ ਵਾਲੇ ਨੇ। ਹਰ ਰੋਜ਼ ਆਪਦੀ ਮੌਤ ਨਹੀਂ, ਇਹ ਦੂਜੇ ਦੀ ਮੌਤ ਦੇਖ ਕੇ ਵੀ ਇਹਨਾਂ ਦੇ ਅੰਦਰ ਬਹੁਤ ਕੁਛ ਮਰਦਾ ਅਤੇ ਬਹੁਤ ਕੁਛ ਜਿਉਂਦਾ ਹੈ। ਇਹ ਭਾਵਨਾਵਾਂ ਸੀ। ਅਤੇ ਉਹ ਕਵੀ, ਉਹ ਰਾਈਟਰ ਗੁਰੂ ਪਾਤਸ਼ਾਹ ਨੇ ਤਿਆਰ ਕੀਤੇ, ਜਿਹੜੇ ਇਹੋ ਜਿਹੀ ਭਾਵਨਾ ਲੋਕਾਂ ਨੂੰ ਜਗਾਉਂਦੇ ਸੀ। ਜਿਹੜੇ ਔਰੰਗਜ਼ੇਬ ਵਰਗਿਆਂ ਦੇ ਬਾਦਸ਼ਾਹ ਸੀ, ਔਰੰਗਜ਼ੇਬ ਵਰਗੇ ਬਾਦਸ਼ਾਹ ਦੇ ਦਰਬਾਰੀ ਕਵੀ ਐਸ਼ੋ ਇਸ਼ਰਤ ਛੱਡ ਕੇ, ਐਡੇ ਐਡੀਆਂ ਤਨਖਾਹਾਂ, ਰੁਤਬੇ, ਇੱਕ ਬਾਦਸ਼ਾਹ ਦਾ ਦਰਬਾਰੀ ਕਵੀ ਹੋਣਾ ਕੋਈ ਛੋਟੀ ਗੱਲ ਨਹੀਂ, ਵੀ ਔਰੰਗਜ਼ੇਬ ਵਰਗੇ ਦਾ, ਉਹਨੂੰ ਠੁਕਰਾ ਕੇ ਮੇਰੇ ਦਸ਼ਮੇਸ਼ ਪਿਤਾ ਕੋਲ ਆ ਰਿਹਾ। 52 ਕਵੀ ਹੋਰ ਆ ਰਹੇ ਨੇ, ਅਤੇ ਅਸੀਂ ਅੱਜ ਤੱਕ ਇੱਕ ਵੀ ਸਿੰਗਲ ਬੰਦੇ ਨੂੰ ਜਾ ਕੇ ਇਹ ਅਹਿਸਾਸ ਨਹੀਂ ਕਰਾ ਸਕੇ, ਭਰਾਵਾ ਇੱਧਰ ਵੀ ਆ ਜਾ। ਕਈ ਆਪੇ ਵਿਚਾਰੇ ਗਾ ਦਿੰਦੇ ਨੇ, ਅਤੇ ਉਹ ਜੇ ਸਾਡੇ ਵਾਲਾ ਗਾ ਕੇ ਦੂਜੇ ਪਾਸੇ ਵਗ ਜਾਂਦਾ, ਬਸ ਫਿਰ ਝੰਡੇ ਚੱਕ ਲਾਣੇ ਅਸੀਂ ਉਹਦੇ ਖਿਲਾਫ। ਪਿਆਰ ਨਾਲ, ਹਲੇ ਨਾਜ਼ੁਕ ਸਮਾਂ ਸਾਡਾ, ਸਾਡੇ ਕੋਲ ਇੰਨਾ ਸਮਾਂ ਨਹੀਂ ਨਾਰਾਜ਼ ਕਰਨ ਦਾ, ਲੜਾਈਆਂ ਕਰਨ ਦਾ। ਹਾਲ ਤਾਂ ਲੋੜ ਹੈ ਸਾਨੂੰ ਆਪਣਿਆਂ ਨੂੰ ਪਿਆਰ ਦੇ ਨਾਲ ਬੁਲਾਉਣ ਦੀ। ਠੀਕ ਹੈ ਜੀ। ਅੰਗਰੇਜ਼ ਸਿੰਘ ਜੀ, ਕੋਸ਼ਿਸ਼ ਇਹੀ ਆ, ਹਾਲੇ ਨਾ ਦਰਅਸਲ ਸ਼ੁਰੂਆਤ ਜੀ ਕੀਤੀ ਸੀ, ਪਤਾ ਨਹੀਂ ਸੀ ਕਿੱਦਾਂ ਕੀ ਸਿਸਟਮ ਜਿਹਾ। ਹੁਣ ਹੌਲੀ ਹੌਲੀ ਐਕਸਪੀਰੀਅੰਸ ਹੋ ਰਿਹਾ, ਆਪਾਂ ਕੋਸ਼ਿਸ਼ ਅੱਗੇ ਨੂੰ ਹੀ ਕਰਿਆ ਕਰਾਂਗੇ। ਕਿਉਂਕਿ ਮੈਂ ਦੱਸ ਦੇਵਾਂ, ਕਰੋਨਾ ਕਰਕੇ ਜਿਵੇਂ ਬਾਕੀ ਥਾਵਾਂ 'ਤੇ ਲੋਕਡਾਊਨ ਹੈ, ਸਾਡੇ ਲੋਕਡਾਊਨ ਨਹੀਂ ਹੋਇਆ ਹੋਇਆ। ਕੰਮ 'ਤੇ ਵੀ ਜਾਣਾ ਪੈਂਦਾ, 8-10 ਘੰਟੇ ਕੰਮ 'ਤੇ ਲੰਘ ਜਾਂਦੇ ਨੇ। ਤਾਂ ਹਾਲੇ ਪ੍ਰੋਪਰ ਟਾਈਮ ਹੈ ਜਿਹੜਾ ਸੈਟਿੰਗ ਦਾ, ਉਹ ਔਖਾ। ਹੁਣ ਸਵੇਰੇ ਅੱਜ ਮੈਂ ਤਕਰੀਬਨ 5 ਵੱਜ ਗਏ ਸੀ ਕੰਮ ਤੋਂ ਆਏ, ਜਦੋਂ ਰਾਤ ਨੂੰ ਕੰਮ ਹੁੰਦਾ ਤਾਂ ਫਿਰ ਦੁਬਾਰੇ ਉੱਠੇ ਹਾਂ, ਤਾਂ ਉਹਦੇ ਕਰਕੇ ਥੋੜ੍ਹਾ ਜਿਹਾ ਹਾਲੇ ਟਾਈਮ ਦੀ ਪ੍ਰੋਬਲਮ ਆ ਰਹੀ ਹੈ। ਅਤੇ ਵਾਹਿਗੁਰੂ ਕਰੇ ਛੇਤੀ ਸਾਰਾ ਕੁਛ ਸੈੱਟ ਆ ਜਾਏ, ਕਿਉਂਕਿ ਨਵੇਂ ਕੈਨੇਡਾ 'ਚ ਸੈੱਟ ਹੋਏ ਹਾਂ, ਸਾਲ ਹੋਇਆ ਆਇਆਂ ਨੂੰ। ਤੁਹਾਨੂੰ ਪਤਾ ਜਦੋਂ ਇੱਕ ਵਾਰੀ ਕਿਤੋਂ ਵੀ ਆਉਂਦੇ ਹਾਂ, ਦੂਜੀ ਥਾਂ 'ਤੇ ਪੈਰ ਲਾਉਣ ਨੂੰ ਥੋੜ੍ਹਾ ਜਿਹਾ ਟਾਈਮ ਲੱਗਦਾ। ਸੋ ਸੈਟਿੰਗ ਜੀ ਵਾਹਿਗੁਰੂ ਦੀ ਕਿਰਪਾ ਨਾਲ, ਉਸ ਦਾਤੇ ਦੀ ਕਿਰਪਾ ਦੇ ਨਾਲ ਜਲਦੀ ਹੋ ਜੂਗੀ, ਅਤੇ ਆਪਾਂ ਜਿਵੇਂ ਤੁਸੀਂ ਕਹਿ ਰਹੇ ਹੋ
ਕੋਸ਼ਿਸ਼ ਕਰ ਰਹੇ ਹਾਂ। ਉਹੀ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਆਪਾਂ ਟੌਪਿਕ 'ਤੇ ਹੀ ਚੱਲਿਆ ਕਰਾਂਗੇ। ਸੋ ਜਿਹੜੀਆਂ ਵੀ ਕਿਤਾਬਾਂ ਮੇਰੇ ਕੋਲ ਹੋਰ ਬਹੁਤ ਸਾਰੇ PDF ਪਹੁੰਚ ਚੁੱਕੇ ਨੇ, ਜਿਹੜੇ ਸੱਜਣ, ਜਿਹੜੀਆਂ ਬੁੱਕਸ ਜਿਹੜੀਆਂ ਮੇਰੇ ਕੋਲ ਹੈਗੀਆਂ ਨੇ ਕਾਫੀ ਨੇ। ਅਤੇ ਸਾਡਾ ਅਵਤਾਰ ਸਿੰਘ ਜੀ ਜਿਹੜਾ ਮੇਰਾ ਵੀਰ ਢਾਡੀ, ਉਹਨੇ ਬਹੁਤ ਸਾਰੇ ਲਿੰਕ ਮੈਨੂੰ ਭੇਜੇ ਨੇ, ਬਹੁਤ ਸਾਰੀ PDF ਭੇਜੀਆਂ ਨੇ, ਉਹਦਾ ਸਪੈਸ਼ਲ ਥੈਂਕਸ ਹੈ। ਅਤੇ ਜਿਨ੍ਹਾਂ ਨੂੰ ਲੋੜ ਹੋਵੇ ਉਹ ਮੇਰੇ ਵੀਰ ਸੱਜਣ ਸਾਡੇ ਤੋਂ ਮੇਰੇ ਤੋਂ ਮੰਗਾ ਸਕਦੇ ਨੇ। ਅਤੇ ਕੋਸ਼ਿਸ਼ ਕਰਿਆ ਕਰੋ ਜਿਹੜੀ ਕਿਤਾਬ ਪੜ੍ਹੀ ਹੈ ਉਹਦੇ ਬਾਰੇ ਥੋੜ੍ਹਾ ਬਹੁਤਾ ਆਪ ਵੀ ਭਾਵੇਂ ਮੇਰੇ ਲਾਈਵ ਵਿੱਚ ਜਾਂ ਵੈਸੇ ਵੀ ਲਿਖ ਕੇ ਪਾ ਦਿਆ ਕਰੋ ਵੀ ਆਹ ਕਿਤਾਬ, ਕਿਉਂਕਿ ਬਹੁਤ ਕੁਛ ਲੱਭੂਗਾ ਤੁਹਾਨੂੰ, ਬਹੁਤ ਕੁਛ ਮਿਲਣਾ ਹੈ। ਇੱਕ ਅੱਧੀ ਗੱਲ ਵੀ ਜੇ ਇੱਕ ਕਿਤਾਬ 'ਚੋਂ ਘੈਂਟ ਮਿਲ ਗਈ, ਤੁਹਾਡੇ 'ਤੇ ਅਸਰ ਹੋ ਗਿਆ, ਸਮਝ ਲਓ ਸਾਰਾ ਕੁਛ ਕਲੀਅਰ ਹੋ ਜਾਂਦਾ। ਸੋ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਸੋ ਆਪਾਂ ਕੋਸ਼ਿਸ਼ ਕਰੀਏ ਪਿਆਰ ਦੇ ਨਾਲ ਇਹਨਾਂ ਸਾਰੇ ਗੱਲਾਂ ਨੂੰ ਸਮਝੀਏ ਅਤੇ ਤੁਰੀਏ, ਜਿੰਨਾ ਕੁ ਵੀ ਹੋ ਸਕਦਾ ਹੈ। ਆਪਣੇ ਇਤਿਹਾਸ ਦੀ ਅਤੇ ਵਿਰਸੇ ਦੀ, ਉਹਨਾਂ ਸ਼ੇਰਾਂ ਦੀ ਗੱਲ ਕਰੀਏ ਜਿਨ੍ਹਾਂ ਸ਼ੇਰਾਂ ਦੇ ਮੂੰਹ ਭਵਾਏ ਨੇ। ਇਕੱਲਾ ਹਰੀ ਸਿੰਘ ਨਲਵਾ ਨਹੀਂ, ਪਤਾ ਨਹੀਂ ਕਿੰਨੇ ਕੁ ਸ਼ੇਰ ਨੇ ਇਹੋ ਜਿਹੇ, ਉਹ ਵੀ ਕਦੇ ਸਪੈਸ਼ਲ ਗੱਲ ਕਰਾਂਗੇ ਕਿ ਸ਼ੇਰਾਂ ਦਾ ਟਾਕਰਾ ਕਿਹੜੇ ਕਿਹੜੇ ਸ਼ੇਰਾਂ ਨੇ ਕੀਤਾ ਹੈ। ਇੱਕ ਨੇ ਨਹੀਂ, ਸਾਡੇ ਤਾਂ ਪੈਰ ਪੈਰ 'ਤੇ ਇਹੋ ਜਿਹੇ ਹੋਏ ਨੇ ਜਿਨ੍ਹਾਂ ਨੇ ਸ਼ੇਰਾਂ ਨੂੰ ਸ਼ੇਰਾਂ ਵਾਂਗੂ ਟੱਕਰੇ ਨੇ। ਸੋ ਇੰਨੀਆਂ ਕੁ ਗੱਲਾਂ ਪ੍ਰਵਾਨ ਕਰਨੀਆਂ ਜੀ। ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ, ਬੋਲਦੇ ਹੋਏ ਪਤਾ ਨਹੀਂ ਲੱਗਦਾ। ਸੋ ਉਹਦੇ ਲਈ ਮੈਂ ਸਾਰਿਆਂ ਤੋਂ ਮਾਫੀ ਚਾਹੁੰਦਾ। ਸੋ ਫਤਿਹ ਪ੍ਰਵਾਨ ਕਰੋ ਸਾਰੇ ਜੀ। ਕੱਲ੍ਹ ਨੂੰ ਕੋਸ਼ਿਸ਼ ਕਰਦੇ ਹਾਂ ਇਸੇ ਟਾਈਮ ਆਪਾਂ ਫੇਰ ਲਾਈਵ ਹੋ ਕੇ ਗੱਲਬਾਤ ਕਰੀਏ। ਸੋ ਫਤਿਹ ਦੀ ਸਾਂਝ ਫਤਿਹ ਵਿੱਚ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।